ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸੀਬੀਸੀ ਦੇ ਆਫੀਸ਼ੀਅਲ YouTube ਚੈਨਲ ਦੇ ਉੱਪਰ। ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਸੀ ਅਬੋਹਰ ਤੋਂ। ਅੱਜ ਅਸੀਂ ਡਿਸਕਸ ਕਰਾਂਗੇ ਜੀ 7 ਅਕਤੂਬਰ ਦੇ ਕਰੰਟ ਅਫੇਅਰ। ਆਈ ਹੋਪ ਕਿ ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਆਏ ਨੇ ਤੇ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਇਸ ਵੀਡੀਓ ਨੂੰ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਵੀ ਕਰ ਦੇਣਾ ਇਸ ਵੀਡੀਓ ਨੂੰ ਆਪਣੇ ਫਰੈਂਡਸ ਗਰੁੱਪ ਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ ਜੀ। ਆਓ देखो जी, असी सारे इस वक्त लिए पढ़ रहे हैं ताकि साडे माता पिता साडे खुश होण। असी जो भी पेपर क्लीयर करांगे तो साडे लिए बड़ी वधिया गल होवेगी। तो आई होप तुसी इस चीज़ नूं वेख के सारे नोट्स वगैरह तुसी जो भी गल्लां मैं लिखवाउणा उस नूं तुसी नोट करना, ठीक है जी। ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਅਸੀਂ ਇੱਕ ਨਵਾਂ ਜਿਹੜਾ ਮੌਕ ਟੈਸਟ ਜਿਹੜਾ ਬੈਚ ਹੈ ਇਸ ਨੂੰ ਸਟਾਰਟ ਕੀਤਾ ਹੈ। ਮੌਕ ਟੈਸਟ ਅਸੀਂ ਆਪਣੇ ਬਣਾਏ ਨੇ ਸਾਰੇ, ਤੁਹਾਨੂੰ ਪਤਾ ਪ੍ਰੋਪਰ ਅਸੀਂ ਆਪਣਾ ਕੁਆਲਿਟੀ ਦੇ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਤੇ ਇਸ ਦੇ ਵਿੱਚ ਤੁਹਾਨੂੰ 100% ਜਿਹੜੀ ਕੁਆਲਿਟੀ ਮਿਲੇਗੀ। ਤੇ ਆ ਜਿਹੜਾ ਟੈਸਟ ਹੈ ਜਿਹੜਾ ਵੈਲਿਡਿਟੀ ਹੈ ਇਸ ਦੀ 1 ਸਾਲ ਹੋਏਗੀ ਤੇ ਇਸ ਦੇ ਵਿੱਚ ਤੁਸੀਂ ਐਨਰੋਲ ਕਰ ਸਕਦੇ ਹੋ ਤੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਕਾਲ ਕਰਕੇ ਤੁਸੀਂ ਇਸ ਦੀ ਬਥੇਰੇ ਜਾਣਕਾਰੀ ਵੀ ਲੈ ਸਕਦੇ ਹੋ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਅਸੀਂ ਪਹਿਲੇ ਕੁਐਸਚਨ ਨੂੰ ਅੱਜ ਦੇ ਸਟਾਰਟ ਕਰੀਏ। ਇਹਦੇ ਵਿੱਚ ਪੁੱਛਿਆ ਗਿਆ ਜੀ, ਹੂ ਸਟਾਰਟਡ ਦਾ ਕੈਂਪੇਨ ਦਾ ਵਾਰ ਅਗੇਂਸਟ ਪੋਲਿਊਸ਼ਨ। ਪੋਲਿਊਸ਼ਨ ਅੱਜ ਦਾ ਇੱਕ ਬਹੁਤ ਹੀ ਵੱਡਾ ਮੁੱਦਾ ਬਣਿਆ ਹੋਇਆ ਹੈ ਪੋਲਿਊਸ਼ਨ ਨੂੰ ਹਟਾਉਣ ਵਾਸਤੇ, ਕਿਉਂਕਿ ਹੁਣ ਕਣਕ ਤੁਹਾਨੂੰ ਪਤਾ ਕੱਟੀ ਜਾ ਚੁੱਕੀ ਹੈ ਤੇ ਕਣਕ ਦਾ ਜਿਹੜਾ ਆਪਣਾ ਕਣਕ ਕਹਿ ਰਹੇ ਹਾਂ ਤੇ ਜਿਹੜਾ ਆਪਣੇ ਹੁਣ ਜਿਹੜਾ ਨਰਮਾ ਹੁੰਦਾ ਪੰਜਾਬੀ ਦੇ ਵਿੱਚ ਆਪਾਂ ਜਿਹਨੂੰ ਆਪਾਂ ਬੋਲਦੇ ਹਾਂ ਕਪਾਸ, ਤੇ ਉਹ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਪੋਲਿਊਸ਼ਨ ਦਾ ਜਿਹੜਾ ਅੱਜ ਕੱਲ੍ਹ ਜਿਹੜਾ ਹੁਣ ਟਾਈਮ ਆਉਣਾ ਹੈ, ਕਿਉਂਕਿ ਤੇ ਇਸ ਦੇ ਵਿੱਚ ਹੁਣ ਇਹ ਜਿਹੜਾ ਇੱਕ ਜਿਹੜਾ ਕੈਂਪੇਨ ਹੁਣ ਸਟਾਰਟ ਕੀਤਾ ਗਿਆ, ਇਹ ਕਿਸ ਦੇ ਦੁਆਰਾ ਸਟਾਰਟ ਕੀਤਾ ਗਿਆ ਇਸ ਪੋਲਿਊਸ਼ਨ ਤੋਂ ਨਿਪਟਣ ਵਾਸਤੇ, ਕਿਉਂਕਿ ਸਭ ਤੋਂ ਜ਼ਿਆਦਾ ਇਫੈਕਟ ਸਾਡੇ ਪੰਜਾਬ ਹਰਿਆਣਾ ਤੋਂ ਜ਼ਿਆਦਾ ਪੈਂਦਾ ਦਿੱਲੀ ਦੇ ਵਿੱਚ, ਤੁਹਾਨੂੰ ਪਤਾ ਹੋਏਗਾ। ਤਾਂ ਦਿੱਲੀ ਦੀ ਜਿਹੜੀ ਸਰਕਾਰ ਹੈ ਉਹਨਾਂ ਦੇ ਸੀਐਮ ਜਿਹੜੇ ਹੈਗੇ ਨੇ ਅਰਵਿੰਦ ਕੇਜਰੀਵਾਲ ਜੀ, ਇਹਨਾਂ ਨੇ ਇੱਕ ਵਾਰ ਅਗੇਂਸਟ ਪੋਲਿਊਸ਼ਨ ਇਹ ਅਭਿਆਨ ਸਟਾਰਟ ਕੀਤਾ ਹੈ। ਇਸ ਕੈਂਪੇਨ ਨੂੰ ਤੁਸੀਂ ਨੋਟ ਕਰਨਾ ਹੈ। ਆਮ ਆਦਮੀ ਪਾਰਟੀ ਇੱਥੇ ਇਸ ਟਾਈਮ ਦੇ ਉੱਪਰ ਗੌਰਮੈਂਟ ਬਣੀ ਹੋਈ ਹੈ ਤੇ ਤੁਹਾਨੂੰ ਪਤਾ ਹੈ ਦਿੱਲੀ ਇੱਕ ਐਸੀ ਯੂਟੀ ਹੈ ਜਿੱਥੇ ਕੀ ਹੈ ਜੀ, ਜਿੱਥੇ ਲੈਫਟੀਨੈਂਟ ਗਵਰਨਰ ਲੱਗਦਾ ਤੇ ਸਾਡੇ ਲੈਫਟੀਨੈਂਟ ਗਵਰਨਰ ਦਿੱਲੀ ਦੇ ਹੈਗੇ ਨੇ ਅਨਿਲ ਬੈਜਲ, ਠੀਕ ਹੈ ਜੀ। ਦਿੱਲੀ ਦਾ ਪੁਰਾਣਾ ਨਾਮ ਸੀ ਇੰਦਰਪ੍ਰਸਥ, ਇੱਥੇ ਤੁਸੀਂ ਇਹ ਵੀ ਗੱਲ ਯਾਦ ਰੱਖਣੀ ਹੈ ਤੇ ਇੰਦਰਪ੍ਰਸਥ ਇੱਥੇ ਪੁਰਾਣਾ ਨਾਮ ਸੀਗਾ, ਠੀਕ ਹੈ ਜੀ। ਤੇ ਇੱਕ ਇਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਹੋਰ ਸਕੀਮ ਲਾਂਚ ਕੀਤੀ ਹੈ ਜਿਹਦੇ ਵਿੱਚ ਕੀ ਹੈ ਜੀ, ਜਿੱਦਾਂ ਪਰਾਲੀ ਦੇ ਟਾਈਮ ਦੇ ਵਿੱਚ ਜਿਵੇਂ ਪਰਾਲੀ ਜਲਾਈ ਜਾਂਦੀ ਹੈ ਉਸ ਨੂੰ ਘੱਟ ਕਰਨ ਵਾਸਤੇ ਉਹਦੇ ਜਿਹੜੇ ਧੂਲ ਕਣ ਹੁੰਦੇ ਨੇ ਜਿਹਦੇ ਵਿੱਚ ਸਾਡੀ ਜਿਹੜੀ ਵਿਜ਼ਿਬਿਲਿਟੀ ਹੈ ਉਹ ਬਹੁਤ ਘੱਟ ਹੋ ਜਾਂਦੀ ਹੈ, ਜਿਸ ਦੇ ਲਈ ਇੱਕ ਐਂਟੀ ਡਸਟ ਪੋਲਿਊਸ਼ਨ ਕੈਂਪੇਨ ਜਿਹੜਾ ਅਭਿਆਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਵੀ ਚਲਾਇਆ ਜੀ ਕਿਹਨਾਂ ਨੇ। ਇਹ ਜਿਹੜਾ ਅਭਿਆਨ ਚਲਾਇਆ ਗਿਆ ਵੈਸੇ ਪੂਸਾ ਐਗਰੀਕਲਚਰ ਯੂਨੀਵਰਸਿਟੀ ਦੇ ਦੁਆਰਾ, ਕਿਉਂਕਿ ਪੂਸਾ ਐਗਰੀਕਲਚਰ ਯੂਨੀਵਰਸਿਟੀ ਦੇ ਦੁਆਰਾ ਜਿਹੜਾ ਚਲਾਇਆ ਗਿਆ ਤੇ ਇਹ ਵੀ ਤੁਸੀਂ ਯਾਦ ਕਰਨਾ। ਤੇ ਇਨਵਾਇਰਨਮੈਂਟ ਤੋਂ ਨਿਪਟਣ ਵਾਸਤੇ ਇੱਕ ਹੋਰ ਪ੍ਰੋਗਰਾਮ ਜਿਹੜਾ ਚਲਾਇਆ ਗਿਆ ਉਸ ਦਾ ਨਾਮ ਹੈਗਾ ਜੀ ਗ੍ਰੀਨ ਦਿੱਲੀ ਇਨਵਾਇਰਨਮੈਂਟ ਜਿਹੜਾ ਪੋਰਟਲ ਹੈ ਉਹ ਸਟਾਰਟ ਕੀਤਾ ਗਿਆ ਦਿੱਲੀ ਦੀ ਗੌਰਮੈਂਟ ਦੇ ਦੁਆਰਾ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਕੇ ਰੱਖਣਾ। ਨਰਿੰਦਰ ਮੋਦੀ ਜੀ ਨੇ, ਤੁਹਾਨੂੰ ਪਤਾ ਹੈ ਜੀ, ਅਟਲ ਜਿਹੜੀ ਟਨਲ ਹੈ ਜਿਹੜੀ ਆਪਣੀ ਹਿਮਾਚਲ ਦੇ ਵਿੱਚ, ਉੱਥੇ ਇਹਨਾਂ ਨੇ ਇਨੋਗ੍ਰੇਸ਼ਨ ਹੁਣੇ ਕੀਤੀ ਸੀ ਤੇ ਰੀਸੈਂਟਲੀ ਕੱਲ੍ਹ ਵਾਲੇ ਦਿਨ ਦੇ ਵਿੱਚ 3-4 ਐਕਸੀਡੈਂਟ ਉੱਥੇ ਹੋ ਚੁੱਕੇ ਹੈ ਤੇ ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਨਾ ਹੈ। ਅਟਲ ਟਨਲ ਜਿਹੜੀ 10,000 ਦੀ ਫੀਟ ਦੇ ਉੱਪਰ ਹਾਈਟ ਦੇ ਉੱਪਰ ਹੈਗੀ ਹੈ ਇਸ ਅਟਲ ਟਨਲ, ਠੀਕ ਹੈ ਜੀ। 9.02 ਇੱਕ ਟਨਲ ਹੈਗੀ ਹੈ ਜਿਹੜੀ ਸਭ ਤੋਂ ਹਾਈਐਸਟ ਲੰਬੀ ਸੁਰੰਗ ਹੈਗੀ ਹੈ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਨਾ। ਤੇ ਇਹਨਾਂ ਦੀ ਜਿਹੜੀ ਫਾਊਂਡੇਸ਼ਨ ਸੀ ਉਹ ਕਿਹਨਾਂ ਨੇ ਰੱਖੀ ਸੀ ਅਟਲ ਟਨਲ ਦੀ, ਇਹ ਸਾਡੇ ਅਟਲ ਬਿਹਾਰੀ ਵਾਜਪਾਈ ਜੀ ਨੇ ਉਹਨਾਂ ਦੇ ਆਪਣੇ ਟਾਈਮ ਦੇ ਵਿੱਚ ਰੱਖੀ ਸੀ, ਠੀਕ ਹੈ ਜੀ। ਅਰਵਿੰਦ ਕੇਜਰੀਵਾਲ ਦੇ ਬਾਰੇ ਹੋ ਗਿਆ ਜੀ। ਨਿਤਿਨ ਗਡਕਰੀ ਸਾਡੇ ਕਿਹੜੇ ਨੇ, ਰੋਡ ਐਂਡ ਟਰਾਂਸਪੋਰਟੇਸ਼ਨ ਦੇ ਸਾਡੇ ਮਿਨਿਸਟਰ ਨੇ, ਰੋਡ ਐਂਡ ਟਰਾਂਸਪੋਰਟੇਸ਼ਨ। ਉਸ ਤੋਂ ਬਾਅਦ ਸਾਡੇ SME ਦੇ ਵੀ ਜਿਹੜੇ ਮਾਈਕਰੋ ਸਮਾਲ ਮੀਡੀਅਮ ਦੇ ਉਹਦੇ ਵੀ ਮਿਨਿਸਟਰ ਨੇ ਇਹੀ ਨੇ। ਤੇ YRS ਜਗਨ ਮੋਹਨ ਰੈੱਡੀ ਜਿਹੜੇ ਕੀ ਨੇ ਜੀ, ਇਹ ਆਂਧਰ ਪ੍ਰਦੇਸ਼ ਦੇ ਕੀ ਨੇ, CM ਨੇ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਕੇ ਰੱਖਣਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆਈਏ। ਹੂ ਹੈਜ਼ ਬੀਨ ਲਾਂਚ ਦਾ ਮਿਨੀ ਐਪ ਸਟੋਰ ਆਪਣਾ ਇੱਕ ਅਲੱਗ ਸਟੋਰ ਬਣਾਉਣ ਜਾ ਰਹੀ ਹੈ। ਇਹ ਕਿਹੜੀ ਕੰਪਨੀ ਦੀ ਹੁਣ ਇੱਕ ਨਵਾਂ ਅਭਿਆਨ ਚਲਾਇਆ ਗਿਆ। ਇਸ ਦੇ ਵਿੱਚ ਕੀ ਹੈ ਜੀ, ਇੰਡੀਆ ਦੇ ਜਿੰਨੇ ਵੀ ਡਿਵੈਲਪਰ ਨੇ, ਜਿੰਨੀਆਂ ਵੀ ਕੰਪਨੀਆਂ ਚੱਲ ਰਹੀਆਂ ਨੇ, ਉਹਨਾਂ ਸਾਰਿਆਂ ਨੂੰ ਇੱਕ ਆਪਣਾ ਸਟੋਰ ਦਿੱਤਾ ਗਿਆ ਹੈ। ਇਸ ਦੇ ਵਿੱਚ ਕੀ ਹੋਇਆ ਸੀਗਾ ਜੀ, ਇਹ 4 ਕੰਪਨੀਆਂ ਨੇ, ਇਹਨਾਂ ਨੇ ਕਿੰਨੇ ਇਹ ਇਨੀਸ਼ੀਏਟਿਵ ਚੱਕਿਆ ਹੈ ਤੇ ਇਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ 4 ਆਪਸ਼ਨਾਂ ਦੇ ਵਿੱਚ ਜਿਵੇਂ Amazon ਪ੍ਰਾਈਮ, Paytm, Google Pay, FinTech। ਇਹਦੇ ਵਿੱਚ Paytm ਕੰਪਨੀ ਦਾ ਕੋਈ ਇਸ਼ੂ ਹੋ ਗਿਆ ਸੀ ਗੂਗਲ ਜਿਹੜੇ ਪਲੇ ਸਟੋਰ ਹੈ ਉਸ ਦੇ ਨਾਲ, ਤੇ ਗੂਗਲ ਦੀ ਤਰ੍ਹਾਂ ਸੇਮ Paytm ਕੰਪਨੀ ਨੇ ਹੁਣ ਕੀ ਕੀਤਾ ਜੀ, ਆਪਣਾ ਮਿਨੀ ਐਪ ਸਟੋਰ ਜਿਹੜਾ ਹੈ ਲਾਂਚ ਕਰ ਦਿੱਤਾ ਗਿਆ। ਇਸ ਦੀ ਇਹ ਹੁਣ ਕੀ ਸੋਚ ਰਹੇ ਨੇ ਜੀ ਕਿ ਗੂਗਲ ਦੇ ਵਿੱਚ ਇੱਕ ਕੰਪੈਰੀਜ਼ਨ ਦੇ ਵਿੱਚ ਇੱਕ ਪਲੇ ਸਟੋਰ ਬਣਾਇਆ ਜਾਏਗਾ ਤੇ ਇਸ ਦੇ ਬਾਰੇ ਤੁਸੀਂ ਨੋਟ ਕਰਨਾ ਹੈ, ਠੀਕ ਹੈ ਜੀ। ਇਹ ਜਿਹੜੇ ਇੰਡੀਅਨ ਡਿਵੈਲਪਰ ਨੇ ਉਹਨੂੰ ਸਟਰੋਂਗ ਕਰਨ ਵਾਸਤੇ ਇੱਕ ਵੇਖਿਆ ਜਾ ਰਿਹਾ। ਤੇ ਜਿਹੜੀ Paytm ਕੰਪਨੀ ਹੈ ਇਹ ਕਦੋਂ ਸਟਾਰਟ ਹੋਈ ਸੀ, 2010 ਦੇ ਵਿੱਚ ਇਹਨੂੰ ਸਟਾਰਟਿੰਗ ਕੀਤਾ ਗਿਆ ਸੀ ਨੋਇਡਾ ਦੇ ਵਿੱਚ, ਠੀਕ ਹੈ ਜੀ। ਨੋਇਡਾ ਦੇ ਵਿੱਚ ਸਟਾਰਟ ਕੀਤਾ ਗਿਆ ਸੀ ਤੇ ਇਹਦੇ ਜਿਹੜੇ ਵਿਜੇ ਸ਼ੇਖਰਨ ਇਹਦੇ ਕੀ ਨੇ ਜੀ, ਜਿਹੜੇ
CEO ਨੇ, ਇਹ ਵੀ ਤੁਸੀਂ ਨੋਟ ਕਰਨਾ ਹੈ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ। ਐਮਾਜ਼ੋਨ ਕੰਪਨੀ ਦੇ ਮਾਲਿਕ ਜੈਫ ਬੇਜ਼ੋਸ। ਠੀਕ ਹੈ ਜੀ, ਇਹ ਤੁਸੀਂ ਨੋਟ ਕਰਨਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਵੇਅਰ ਡਿਡ ਦੀ DRDO ਟੈਸਟ ਸੁਪਰਸੋਨਿਕ ਮਿਸਾਈਲ ਅਸਿਸਟਡ ਰਿਲੀਜ਼ ਟੂ ਟਰਪੈਡੋ ਨਾਮ ਦੀ ਜਿਹੜੀ ਇੱਕ ਨਵੀਂ ਮਿਸਾਈਲ ਜਿਹੜਾ ਸਿਸਟਮ ਹੈ ਹੁਣੇ ਸਕਸੈਸਫੁਲੀ ਟੈਸਟ ਕੀਤਾ ਗਿਆ ਹੈ। ਇਹ ਕਿੱਥੇ ਕੀਤਾ ਗਿਆ ਤੁਹਾਨੂੰ ਪਤਾ, ਸਾਡੀ ਸਭ ਤੋਂ ਜ਼ਿਆਦਾ ਜਿਹੜੀ ਟੈਸਟਿੰਗ ਹੁੰਦੀ ਹੈ ਉੜੀਸਾ ਦੇ ਨਾਲ ਇੱਕ ਦਵੀਪ ਹੈ ਜਿਹਦਾ ਨਾਮ ਹੈ ਵਹੀਲਰ ਦਵੀਪ। ਠੀਕ ਹੈ ਜੀ, ਵਹੀਲਰ ਦਵੀਪ ਇੱਕ ਆਈਲੈਂਡ ਹੈ, ਉੱਥੇ ਹੀ ਇਹ ਸਾਰੀਆਂ ਟੈਸਟਿੰਗ ਜਿੰਨਾ ਵੀ ਟੈਸਟ ਹੁੰਦਾ DRDO ਦੇ ਦੁਆਰਾ ਇਹ ਸਾਰਾ ਉੱਥੇ ਕੀਤਾ ਜਾਂਦਾ ਹੈ। ਇਹ ਵੀ ਤੁਸੀਂ ਨੋਟ ਕਰਨਾ। ਠੀਕ ਹੈ ਜੀ, ਇਹ ਹੈ ਕੀ ਚੀਜ਼, ਇਸ ਦੇ ਵਿੱਚ ਕੀ ਹੈ ਜੀ, ਜਿਹੜੇ ਸਬਮਰਾਈਨ ਹੁੰਦੀਆਂ, ਸਬਮਰਾਈਨ ਵਾਰ ਹੁੰਦੀ ਹੈ, ਜਿਹੜੀ ਪਾਣੀ ਦੇ ਵਿੱਚ ਵਾਰ ਹੁੰਦੀ ਹੈ, ਉਸ ਦੇ 'ਤੇ ਅਟੈਕ ਜਿਹੜਾ ਹੁੰਦਾ ਹੈ ਈਜ਼ੀਲੀ ਤਰੀਕੇ ਨਾਲ ਉਸ ਨੂੰ ਸਟਰੋਂਗ ਬਣਾਉਣ ਵਾਸਤੇ ਇਹ ਜਿਹੜਾ ਹੈ ਟਰਪੈਡੋ ਜਿਹੜਾ ਹੋਏਗਾ ਇਹ ਈਜ਼ੀਲੀ ਤਰੀਕੇ ਨਾਲ ਆਪਾਂ ਟਾਰਗੇਟ ਕਰ ਸਕਦੇ ਹਾਂ। ਇਸ ਤਰ੍ਹਾਂ ਦੀ ਮਿਸਾਈਲ ਹੈਗੀ ਹੈ। ਠੀਕ ਹੈ ਜੀ, ਇਹ ਤੁਸੀਂ ਨੋਟ ਕਰਨਾ ਹੈ। ਤੇ ਇਹ ਤੁਸੀਂ ਯਾਦ ਕਰਿਆ ਜਿਹੜਾ DRDO ਹੈ ਇਹ ਸਾਡਾ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ। ਇਹਦੇ ਜਿਹੜੇ ਜੀ ਸਤੀਸ਼ ਰੈਡੀ ਕੀ ਨੇ ਜੀ, ਇਹਦੇ ਡਾਇਰੈਕਟਰ ਨੇ, ਇਹ ਵੀ ਤੁਸੀਂ ਨੋਟ ਕਰ ਲਓ। ਠੀਕ ਹੈ ਜੀ, ਇਹਦੀ ਜਿਹੜੀ ਸਥਾਪਨਾ ਹੋਈ ਸੀ 1958 ਦੇ ਵਿੱਚ, ਦੋਨੇ ਸੰਸਥਾਵਾਂ ਬਣੀਆਂ ਸੀ, ਸਾਡੀ ISRO ਜਿਹੜੀ ਹੈ ਤੇ ਇੱਕ ਸਾਡੀ DRDO, ਦੋਨਾਂ ਦੀ ਸਥਾਪਨਾ ਹੋਈ ਸੀ। ਇਹ ਵੀ ਤੁਸੀਂ ਨੋਟ ਕਰ ਲੈਣਾ। ਠੀਕ ਹੈ ਜੀ, ਤੇ ਇਹ ਜਿਹੜਾ ਉਸ ਤੋਂ ਬਾਅਦ ਇੱਕ ਜਿਹੜਾ ਸ਼ੌਰਿਆ ਨਾਮਕ ਦਾ ਨਿਊਕਲੀਅਰ ਮਿਸਾਈਲ ਵੀ, ਹੁਣ ਸ਼ੌਰਿਆ ਨਾਮਕ ਦਾ ਜਿਹੜਾ ਨਿਊਕਲੀਅਰ ਮਿਸਾਈਲ ਸੀਗਾ ਇਹ ਵੀ DRDO ਨੇ ਥੋੜ੍ਹੇ ਦਿਨ ਪਹਿਲਾਂ ਟੈਸਟ ਕੀਤਾ ਸੀਗਾ। ਠੀਕ ਹੈ ਜੀ, ਸਕਸੈਸਫੁਲੀ ਟੈਸਟ ਕੀਤਾ ਸੀਗਾ। ਇਹ ਕੀਤਾ ਸੀ ਉੜੀਸਾ ਦੇ ਬਾਲਾਸੋਰ ਦੇ ਵਿੱਚ। ਬਾਲਾਸੋਰ ਇਹ ਵਹੀਲਰ ਦਵੀਪ ਦੇ ਵਿੱਚ ਸੀਗਾ ਤੇ ਇਹ ਬਾਲਾਸੋਰ ਦੇ ਵਿੱਚ ਹੈ। ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰ ਲਓ। ਜੀ ਸਤੀਸ਼ ਰੈਡੀ ਜਿਹੜੇ ਨੇ ਇਹਨਾਂ ਨੂੰ ਇੱਕ ਅਵਾਰਡ ਮਿਲਿਆ ਸੀ, ਇਹਨਾਂ ਨੂੰ ਅਵਾਰਡ ਮਿਲਿਆ ਸੀ ਮਿਸਾਈਲ ਸਿਸਟਮ ਅਵਾਰਡ 2019 ਦੇ ਵਿੱਚ ਮਿਲਿਆ ਸੀ। ਇਹ ਵੀ ਤੁਸੀਂ ਨੋਟ ਕਰਕੇ ਰੱਖਣਾ ਆਪਣੇ ਕੋਲ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲਿਆ ਜੀ। ਹੁਣ DRDO ਨੇ ਇੱਕ ਨਵਾਂ ਡਰੋਨ ਸਾਨੂੰ ਇੰਡੀਆ ਦੀ ਆਰਮੀ ਨੂੰ ਦਿੱਤਾ ਹੈ। ਈਜ਼ੀਲੀ ਤਰੀਕੇ ਨਾਲ ਤੁਸੀਂ ਕੀ ਹੈ ਜੀ, ਹਵਾ ਦੇ ਉੱਪਰ ਕਿਸੇ ਚੀਜ਼ ਨੂੰ ਉਡਾ ਕੇ ਮੰਨ ਲਓ ਰੌਕਟ ਦੇ ਵਿੱਚ ਕੋਈ ਚੀਜ਼ ਛੱਡੀ ਜਾਵੇਗੀ, ਬੜੀ ਈਜ਼ੀ ਤਰੀਕੇ ਦੇ ਨਾਲ ਉਹ ਥੱਲੇ ਆਵੇਗਾ। ਉਸ ਡਰੋਨ ਦਾ ਨਾਮ ਪੁੱਛਿਆ ਜਾ ਸਕਦਾ, ਉਸ ਦਾ ਡਰੋਨ ਦਾ ਨਾਮ ਹੈ ਜੀ ਅਭਿਆਸ। ਠੀਕ ਹੈ ਜੀ, ਅਭਿਆਸ ਇਹਦਾ ਨਾਮ ਹੈਗਾ। ਠੀਕ ਹੈ ਜੀ, ਇੱਕ ਹਾਈ ਸਪੀਡ ਐਕਸਪੈਂਡੇਬਲ ਏਰੀਅਲ ਟਾਰਗੇਟ ਜਿਹੜਾ ਹੈ, ਇਹ ਜਿਹੜਾ ਡਰੋਨ ਹੈ ਇਸ ਤਰ੍ਹਾਂ ਦਾ ਡਰੋਨ ਹੈਗਾ ਜਿਹੜਾ ਈਜ਼ੀਲੀ ਤਰੀਕੇ ਨਾਲ ਪਰਸਨ ਨੀਚੇ ਆ ਸਕਦਾ ਆਪਣੇ ਨਾਲ, ਜਿਵੇਂ ਤੁਸੀਂ ਵੇਖਿਆ ਹੀ ਹੋਏਗਾ ਮੂਵੀਜ਼ ਦੇ ਵਿੱਚ। ਤੇ ਉਸ ਤੋਂ ਬਾਅਦ ਦੇਖੋ ਜੀ, ਉੜੀਸਾ ਦਾ ਜਿਹੜਾ ਕੋਸਟਲ ਏਰੀਆ ਹੈ ਇਸ ਨੂੰ ਆਪਾਂ ਬੋਲਦੇ ਹਾਂ ਉਤਕਲ ਤੱਟ ਬੋਲਦੇ ਹਾਂ। ਇਹ ਵੀ ਤੁਸੀਂ ਨੋਟ ਕਰਨਾ, ਇਹਨੂੰ ਉੱਤਰੀ ਸਰਕਾਰ। ਠੀਕ ਹੈ ਜੀ, ਉੱਤਰੀ ਸਰਕਾਰ ਵੀ ਬੋਲਦੇ ਹਾਂ ਆਪਾਂ। ਆਂਧਰਾ ਪ੍ਰਦੇਸ਼ ਵਾਲੇ ਇਹਨੂੰ ਆਪਾਂ ਬੋਲਦੇ ਹਾਂ ਗੋਦਾਵਰੀ ਤੱਟ। ਆਂਧਰਾ ਪ੍ਰਦੇਸ਼ ਦਾ ਜਿਹੜਾ ਏਰੀਆ ਪਾਣੀ ਦੇ ਨਾਲ ਟੱਚ ਕਰ ਰਿਹਾ ਸਮੁੰਦਰ ਦੇ ਨਾਲ, ਉਹਨੂੰ ਆਪਾਂ, ਤੇ ਕੇਰਲਾ ਦਾ ਜਿਹੜਾ ਤੱਟ ਹੈ ਇਸ ਨੂੰ ਮਾਲਾਬਾਰ ਤੱਟ ਬੋਲਿਆ ਜਾਂਦਾ। ਮਾਲਾਬਾਰ ਐਕਸਰਸਾਈਜ਼ ਵੀ ਹੁੰਦੀ ਹੈ ਸਾਡੀ USA, ਜਾਪਾਨ ਤੇ ਇੰਡੀਆ ਦੇ ਵਿੱਚ। ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰਨਾ ਹੈ। ਤੇ ਜਿਹੜਾ ਤਮਿਲਨਾਡੂ ਜਿਹੜਾ ਹੈਗਾ ਇਹਨੂੰ ਆਪਾਂ ਬੋਲਦੇ ਹਾਂ ਕੋਰੋਮੰਡਲ ਤੱਟ ਜਿਹੜਾ ਹੈਗਾ ਇਸ ਵਾਲੇ ਸਮੁੰਦਰ ਵਾਲੇ ਏਰੀਆ ਨੂੰ ਆਪਾਂ ਕੋਰੋਮੰਡਲ ਤੱਟ ਬੋਲਦੇ ਹਾਂ। ਇੱਕ ਕੋਰੋਮੰਡਲ ਤੱਟ ਦੀ ਖਾਸ ਕੁਐਸਚਨ ਜਿਹੜਾ SSC ਦੇ ਆਪਣੇ ਪੰਜਾਬ ਦੇ ਪੇਪਰਾਂ 'ਚ ਵੀ ਆ ਸਕਦਾ, ਜਿਓਗ੍ਰਾਫੀ ਤੋਂ ਰਿਲੇਟਡ ਹੈ। ਜਦੋਂ ਠੰਡ ਪੈਂਦੀ ਹੁੰਦੀ ਹੈ ਉਸ ਟਾਈਮ ਦੇ ਵਿੱਚ ਇੱਕ ਮਾਤਰ ਇੰਡੀਆ ਦੇ ਵਿੱਚ ਬਾਰਿਸ਼ ਹੁੰਦੀ ਹੈ, ਉਹ ਹੁੰਦੀ ਹੈ ਕੋਰੋਮੰਡਲ ਤੱਟ ਦੇ ਉੱਪਰ। ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਵਿਚ ਹੈਜ਼ ਬਿਕਮ ਦਾ ਫਸਟ 에ਅਰਪੋਰਟ ਟੂ ਰਨ ਦਾ 에ਅਰਪੋਰਟ ਅਥਾਰਟੀ ਆਫ ਇੰਡੀਆ ਜਿਹੜੀ ਸਾਡੇ 에ਅਰਪੋਰਟ ਕੰਟਰੋਲ ਕਰਦੀ ਹੈ, ਉਸ ਦਾ ਪਹਿਲਾ 에ਅਰਪੋਰਟ ਬਣ ਚੁੱਕਾ ਹੈ ਜਿਹੜਾ ਪ੍ਰੋਪਰਲੀ ਤਰੀਕੇ ਨਾਲ 100% ਸੋਲਰ ਸਿਸਟਮ ਦੇ ਉੱਪਰ ਚੱਲ ਰਿਹਾ। ਇਹ ਪਹਿਲਾ 에ਅਰਪੋਰਟ ਕਿਹੜਾ ਬਣਿਆ ਜੀ, ਇਸ ਚਾਰੋਂ 에ਅਰਪੋਰਟ ਦੇ ਨਾਮ ਦਿੱਤੇ ਨੇ। ਇਹਦੇ ਵਿੱਚ ਰਾਈਟ ਆਨਸਰ ਹੈ ਪੁਡੂਚੇਰੀ ਦਾ 에ਅਰਪੋਰਟ। ਪੁਡੂਚੇਰੀ ਸਾਡੀ ਇੱਕ UT ਹੈਗੀ ਹੈ, UT ਐਸੀ ਹੈ ਜਿਹਦੇ ਵਿੱਚ CMB ਬਣਦਾ ਹੈ। ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰਨਾ ਹੈ। ਤੇ ਉਸ ਤੋਂ ਬਾਅਦ ਦੇਖੋ ਜੀ, ਜਿਹੜਾ 에ਅਰਪੋਰਟ ਹੈ ਇਹ ਜਿਹੜਾ ਪੁਡੂਚੇਰੀ 에ਅਰਪੋਰਟ ਹੈ ਇਸ ਨੂੰ ਤੁਸੀਂ ਨੋਟ ਕਰ ਲਓ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਜਿਹੜਾ ਫੈਮੀਸੀਨੋ ਜਿਹੜਾ 에ਅਰਪੋਰਟ ਹੈ ਇਹ ਇਟਲੀ ਦੇ ਵਿੱਚ ਹੈ। ਇਹ ਵੀ ਥੋੜ੍ਹਾ ਜਿਹਾ ਹੁਣ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਇਹਨੂੰ 5 ਸਟਾਰ ਜਿਹੜਾ ਹੈਗਾ ਰੇਟਿੰਗ ਮਿਲੀ ਹੈ ਇਸ ਨੂੰ। ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਇਟਲੀ ਦੇ ਰੋਮ ਦੇ ਵਿੱਚ ਹੈਗਾ, ਇਸ ਨੂੰ ਯਾਦ ਰੱਖਿਆ ਜੀ। ਸਭ ਤੋਂ ਵੱਡੀ ਚਰਚ ਪੂਰੇ ਵਰਲਡ ਦੇ ਵਿੱਚ ਹੈਗੀ ਹੈ ਰੋਮ ਦੇ ਵਿੱਚ, ਇਹ ਵੀ ਤੁਸੀਂ ਨੋਟ ਕਰ ਲਓ, ਇਟਲੀ ਦੇ ਵਿੱਚ। ਠੀਕ ਹੈ ਜੀ, ਤੇ 에ਅਰਪੋਰਟ ਅਥਾਰਟੀ ਆਫ ਇੰਡੀਆ ਨੇ ਜਿਹੜਾ ਇਹ ਜਿਹੜਾ 에ਅਰਪੋਰਟ ਪੂਰਾ ਜਿਹੜਾ ਸੋਲਰ ਸਿਸਟਮ 'ਤੇ ਬਣਾਉਣ ਵਾਸਤੇ ਕਿੰਨੇ ਪੈਸੇ ਖਰਚ ਕੀਤੇ ਨੇ, 2.8 ਕਰੋੜ ਰੁਪਏ। ਠੀਕ ਹੈ ਜੀ, ਇੰਨਾ ਤੁਸੀਂ ਨੋਟ ਕਰਕੇ ਚੱਲੋ। ਤੇ ਜਿਹੜੀ ਸਾਡੀ 에ਅਰਪੋਰਟ ਅਥਾਰਟੀ ਆਫ ਇੰਡੀਆ ਜਿਹੜੀ ਹੈ AAI ਜਿਹੜੀ, ਇਸ ਦਾ ਜਿਹੜਾ ਹੈੱਡਕੁਆਟਰ ਹੈ ਇਹ ਦਿੱਲੀ ਦੇ ਵਿੱਚ ਹੈ। ਤੇ ਇਹ ਜਿਹੜੇ ਹੈਗੇ ਨੇ ਅਰਵਿੰਦ ਸਿੰਘੇ ਨਾਮ ਦੇ ਜਿਹੜੇ ਪਰਸਨ ਨੇ, ਇਹਨਾਂ ਦੇ ਡਿਪਟੀ ਡਾਇਰੈਕਟਰ ਨੇ। ਠੀਕ ਹੈ ਜੀ, ਡਾਇਰੈਕਟਰ ਜਿਹੜੇ ਆਪਾਂ ਕਹਿ ਸਕਦੇ ਹਾਂ ਅਰਵਿੰਦ ਸਿੰਘੇ ਨਾਮ ਦੇ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਹੋਰ 에ਅਰਪੋਰਟ ਦੇ ਬਾਰੇ ਪੁੱਛਿਆ ਜਾ ਸਕਦਾ, ਦਿੱਲੀ 에ਅਰਪੋਰਟ ਹੈ ਜਿਹਨੂੰ ਇੰਟਰਨੈਸ਼ਨਲ ਇੰਦਰਾ ਗਾਂਧੀ ਜਿਹੜਾ 에ਅਰਪੋਰਟ ਆਪਾਂ ਇਹਨੂੰ ਬੋਲ ਦਿੰਦੇ ਹਾਂ। ਤੇ ਜਿਹੜਾ
ਇਹ ਜਿਹੜਾ 에ਅਰਪੋਰਟ ਹੈ ਇਸ ਦੇ ਵਿੱਚ ਕੀ ਹੋਇਆ ਸੀ, ਕੋਵਿਡ-19 ਦੇ ਵਿੱਚ ਪਹਿਲੀ ਵਾਰੀ ਕੋਈ 에ਅਰਪੋਰਟ ਦੇ ਉੱਪਰ ਟੈਸਟ ਕਰਨ ਵਾਲਾ ਇੱਕਮਾਤਰ 에ਅਰਪੋਰਟ ਬਣਿਆ ਸੀ ਦਿੱਲੀ 에ਅਰਪੋਰਟ। ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰਨਾ ਹੈ। ਉਸ ਤੋਂ ਬਾਅਦ ਇੱਕ 에ਅਰਪੋਰਟ ਜਿਹੜਾ ਤੁਹਾਨੂੰ ਯਾਦ ਰੱਖਣਾ ਹੈ, ਇਹ ਜਿਹੜਾ ਕੈਂਪੇਗੌੜਾ 에ਅਰਪੋਰਟ ਜਿਹਨੂੰ ਆਪਾਂ ਬੈਂਗਲੁਰੂ 에ਅਰਪੋਰਟ ਬੋਲਦੇ ਹਾਂ। ਬੈਂਗਲੁਰੂ ਕਿੱਥੇ ਦੀ ਕੈਪੀਟਲ ਹੈ, ਇਹ ਹੈਗੀ ਹੈ ਜੀ ਆਪਣੇ ਕਰਨਾਟਕਾ ਦੀ। ਠੀਕ ਹੈ ਜੀ, ਕਰਨਾਟਕ, ਤੇ ਜਿਹਨੂੰ ਆਪਣੇ ਬੈਂਗਲੁਰੂ। ਤੇ ਇਸ ਤੋਂ ਬਾਅਦ ਇੱਥੇ ਇਸਰੋ ਦਾ ਹੈੱਡਕੁਆਟਰ ਵੀ ਹੈਗਾ, ਇਸ ਨੂੰ ਇਹ ਵੀ ਨੋਟ ਕਰ ਲਓ। ਤੇ ਇਹ ਜਿਹੜਾ ਕੈਂਪੇਗੌੜਾ 에ਅਰਪੋਰਟ ਹੈ ਇਸ ਨੇ ਇੱਕ ਸਕਾਈ ਟਰੈਪ ਨਾਮ ਦਾ ਇੱਕ ਅਵਾਰਡ ਜਿੱਤਿਆ ਸੀ 에ਅਰਪੋਰਟ ਦੇ ਵਿੱਚ, ਸਕਾਈ ਟਰੈਪ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲਓ ਅਵਾਰਡ, ਇਹ ਵੀ ਤੁਸੀਂ ਨੋਟ ਕਰਕੇ ਚੱਲੋ। ਉਸ ਤੋਂ ਬਾਅਦ ਇੱਕ 에ਅਰਪੋਰਟ ਹੋਰ ਪੁੱਛਿਆ ਜਾ ਸਕਦਾ ਹੈ, ਰਾਜੀਵ ਗਾਂਧੀ 에ਅਰਪੋਰਟ। ਰਾਜੀਵ ਗਾਂਧੀ 에ਅਰਪੋਰਟ ਕਿਸ ਥਾਂ ਤੇ ਹੈਗਾ, ਇਹ ਹੈਦਰਾਬਾਦ ਵਾਲੇ ਤੇ ਹੈ। ਹੈਦਰਾਬਾਦ ਕਿਹੜੀ ਨਦੀ ਦੇ ਕੰਢੇ ਤੇ ਹੈ, ਮੂਸੀ ਰਿਵਰ ਦੇ ਕੰਢੇ ਤੇ ਹੈਗਾ, ਇਹ ਵੀ ਤੁਸੀਂ ਨੋਟ ਕਰਕੇ ਚੱਲੋ। ਹੈਦਰਾਬਾਦ ਤੇਲੰਗਾਨਾ ਦੀ ਰਾਜਧਾਨੀ ਹੈ। ਠੀਕ ਹੈ ਜੀ, ਤੇ ਚਾਰ ਮੀਨਾਰ ਜਿਹੜੀ ਮੋਨੂਮੈਂਟਸ ਹੈ ਇੱਥੇ ਬਣੀ ਹੋਈ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਤੇ ਆਉਂਦੇ ਹਾਂ। ਹੂ ਹੈਜ਼ ਬੀਨ ਕਮ ਦੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਬਾਏ ਦਾ ਇੰਡੋ ਅਮੈਰੀਕਨ ਚੈਂਬਰਸ ਐਂਡ ਕਾਮਰਸ। ਇੱਕ ਸੰਸਥਾ ਹੈਗੀ ਇੰਡੋ ਅਮੈਰੀਕਨ ਚੈਂਬਰ ਆਫ ਕਾਮਰਸ। ਇਹ ਜਿਹੜੀ ਸੰਸਥਾ ਹੈਗੀ ਇਹਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਹੈ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਨਾ ਬੂਸਟ ਦੇਣ ਵਾਸਤੇ ਆਪਣੀ ਕੰਪਨੀ। ਉਸ ਕੰਪਨੀ ਦੇ ਮਾਲਿਕ ਜਿਹੜੇ ਹੈਗੇ ਨੇ ਉਹ ਕਿਹੜੇ ਨੇ, ਉਹਨਾਂ ਦੇ ਚਾਰ ਆਪਸ਼ਨ ਦਿੱਤੇ ਤੁਹਾਨੂੰ। ਇੱਕ ਹੈਗੇ ਨੇ ਜਿਵੇਂ ਮਾਰਗਰੇਟ ਐਟਵੁੱਡ ਹੈਗੇ ਨੇ, ਕ੍ਰਿਤਿਕਾ ਪਾਂਡੇ ਹੈਗੇ ਨੇ, ਮੈਰੀਕੋਸ ਲੂਕਾਸ ਹੈਗੇ ਨੇ, ਤੇ ਰਤਨ ਟਾਟਾ ਹੈਗੇ। ਰਤਨ ਟਾਟਾ ਇਹਦਾ ਰਾਈਟ ਆਨਸਰ ਹੈ, ਇਹ ਤੁਸੀਂ ਨੋਟ ਕਰ ਲਓ। ਰਤਨ ਟਾਟਾ ਕਿਹਦੇ ਹੈਗੇ ਨੇ, ਟਾਟਾ ਕੰਪਨੀ ਦੇ ਮਾਲਿਕ ਹੈਗੇ ਨੇ, ਇਹ ਤੁਸੀਂ ਨੋਟ ਕਰ ਲਓ ਜੀ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਇਹਨਾਂ ਨੇ ਕੀ ਕੀਤਾ ਸੀਗਾ 2011-12 ਦੇ ਵਿੱਚ ਜਦੋਂ ਇਹ ਆਪਣੇ ਬਣੇ ਸੀਗੇ, ਜਦੋਂ ਤਾਂ ਇਹਨਾਂ ਨੇ ਪੂਰਾ 100 ਬਿਲੀਅਨ ਦਾ ਜਿਹੜਾ ਵਪਾਰ ਸੀਗਾ ਕੰਪਨੀ ਨੂੰ ਇੰਨਾ ਕਰਕੇ ਦਿੱਤਾ ਸੀਗਾ, ਜਿਸ ਕਰਕੇ ਇਹਨਾਂ ਨੂੰ ਇਹ ਅਵਾਰਡ ਜਿਹੜਾ ਹੈ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੈ ਦਿੱਤਾ ਗਿਆ ਹੈ। ਠੀਕ ਹੈ ਜੀ, ਜਿਹੜਾ ਮਾਰਗਰੇਟ ਐਟਵੁੱਡ ਜਿਹੜਾ ਹੈ ਇਹ ਜਿਹੜੇ ਪਰਸਨ ਨੇ ਇਹਨਾਂ ਨੇ ਜਿਹੜਾ ਜਿੱਤਿਆ ਜੀ ਡੇਟ ਔਨ ਲਿਟਰੇਰੀ ਪੀਸ ਅਵਾਰਡ, ਲਿਟਰੇਰੀ ਪੀਸ ਅਵਾਰਡ ਜਿੱਤਿਆ। ਲਿਟਰੇਰੀ ਪੀਸ ਅਵਾਰਡ ਮਾਰਗਰੇਟ ਐਟਵੁੱਡ ਨੇ ਜਿੱਤਿਆ, ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਠੀਕ ਹੈ ਜੀ, ਜਿਹੜੇ ਕ੍ਰਿਤਿਕਾ ਜਿਹੜੇ ਪਾਂਡਿਆ ਹੈਗੇ ਨੇ ਇਹਨਾਂ ਨੇ ਇੱਕ ਅਵਾਰਡ ਜਿੱਤਿਆ। ਇਹ ਅਵਾਰਡ ਜਿਹੜਾ ਜਿੱਤਿਆ ਇਹਨਾਂ ਨੇ ਕਾਮਨਵੈਲਥ ਸ਼ੋਰਟ ਸਟੋਰੀ ਪ੍ਰਾਈਜ਼, ਕਾਮਨਵੈਲਥ ਸ਼ੋਰਟ ਸਟੋਰੀ ਪ੍ਰਾਈਜ਼। ਠੀਕ ਹੈ ਜੀ, ਇਹ ਅਵਾਰਡ ਇਹਨਾਂ ਨੇ ਜਿੱਤਿਆ ਜੀ ਕ੍ਰਿਤਿਕਾ ਪਾਂਡੇ ਨੇ, ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਠੀਕ ਹੈ ਜੀ, ਏਸ਼ੀਆ ਰੀਜਨ ਵਾਸਤੇ। ਉਸ ਤੋਂ ਬਾਅਦ ਮੈਰੀਕੇ ਲੂਕਾਸ ਜਿਹੜੇ ਹੈਗੇ ਨੇ ਇਹਨਾਂ ਨੇ ਜੀ ਬੁੱਕਰ ਪ੍ਰਾਈਜ਼ ਜਿੱਤਿਆ। ਦੇਖੋ ਬੁੱਕਰ ਪ੍ਰਾਈਜ਼ ਹੈਗੇ ਨੇ ਦੋ ਤਰ੍ਹਾਂ ਦੇ, ਇੱਕ ਹੈਗਾ ਜੀ ਮੈਨ ਬੁੱਕਰ ਪ੍ਰਾਈਜ਼, ਇੱਕ ਹੈਗਾ ਸਿੰਪਲ ਬੁੱਕਰ ਪ੍ਰਾਈਜ਼। ਤੇ ਇਹਨਾਂ ਨੇ ਸਿੰਪਲ ਜਿਹੜਾ ਬੁੱਕਰ ਪ੍ਰਾਈਜ਼ ਹੈ ਇਹਦੇ ਵਿੱਚ ਕਾਸਟ ਰੀਜਨ ਵਾਸਤੇ ਆਪਣੀ ਇੱਕ ਬੁੱਕ ਲਿਖੀ ਸੀ ਇਹਨਾਂ ਨੇ। ਉਸ ਬੁੱਕ ਦਾ ਨਾਮ ਲਿਖ ਲਓ, ਜਿਹੜੀ ਪੁੱਛੀ ਜਾ ਸਕਦੀ ਹੈ ਤੁਹਾਨੂੰ ਪੇਪਰਾਂ ਦੇ ਵਿੱਚ। ਉਸ ਦਾ ਨਾਮ ਹੈ ਜੀ ਦਾ ਡਿਸਕੰਫਰਟ ਆਫ ਈਵਨਿੰਗ। ਇਹ ਅਵਾਰਡ ਇਹ ਬੁੱਕ ਦੇ ਵਾਸਤੇ ਇਹਨਾਂ ਨੂੰ ਇਹ ਅਵਾਰਡ ਮਿਲਿਆ ਸੀ, ਇਹ ਤੁਸੀਂ ਨੋਟ ਕਰਕੇ ਚੱਲਣਾ। ਠੀਕ ਹੈ ਜੀ, ਤੇ ਇਹ ਤੁਸੀਂ ਯਾਦ ਰੱਖਿਆ ਜੀ। ਤੇ ਇਹਨਾਂ ਨੂੰ ਜਿਹੜਾ ਰਤਨ ਟਾਟਾ ਜੀ ਨੇ ਇਹਨਾਂ ਨੂੰ ਇੱਕ ਅਵਾਰਡ ਹੋਰ ਪਹਿਲਾਂ ਵੀ ਮਿਲਿਆ ਸੀ, ਜਿਹੜਾ ਇਹ ਹੈਗਾ ਜੀ ਗਲੋਬਲ ਐਕਸੀਲੈਂਟ ਅਵਾਰਡ ਵੀ ਇਹਨਾਂ ਨੂੰ ਮਿਲਿਆ ਸੀ, ਇਹ ਵੀ ਤੁਸੀਂ ਨੋਟ ਕਰਕੇ ਚੱਲਣਾ। ਆਈ ਹੋਪ ਕਿ ਤੁਹਾਨੂੰ ਇਹ ਸਾਰੇ ਜਿੰਨੇ ਵੀ ਅਵਾਰਡ ਵਾਲੇ ਕੁਐਸਚਨ ਨੇ ਇਹ ਸਾਰੇ ਕਲੀਅਰ ਹੋ ਗਏ ਹੋਣਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਨੈਕਸਟ ਕੁਐਸਚਨ ਦੇ ਉੱਪਰ ਲੈ ਕੇ ਚੱਲਦਾ। ਠੀਕ ਹੈ ਜੀ, ਆਓ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਵਿਚ ਸਟੇਟ ਗਵਰਨਮੈਂਟ ਹੈਜ਼ ਸਟਾਰਟਡ ਟੂ ਦੀ ਗ੍ਰਾਮ ਦਰਸ਼ਨ ਪੋਰਟਲ। ਗ੍ਰਾਮ ਦਰਸ਼ਨ ਪੋਰਟਲ ਨਾਮ ਦੀ ਕਿਹੜੀ ਸਰਕਾਰ ਹੈ ਜਿਸ ਨੇ ਇਹ ਗ੍ਰਾਮ ਦਰਸ਼ਨ ਪੋਰਟਲ ਸਟਾਰਟ ਕੀਤਾ ਹੈ? ਚਾਰ ਆਪਸ਼ਨਾਂ ਨੇ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਤੇ ਬਿਹਾਰ। ਇਹਦੇ ਵਿੱਚ ਜਿਹੜੀ ਹਰਿਆਣਾ ਦੀ ਸਰਕਾਰ ਹੈ ਇਹਦੇ ਸੀਐਮ ਹੈਗੇ ਨੇ ਮਨੋਹਰ ਲਾਲ ਖੱਟਰ ਜੀ ਨੇ ਇਹ ਜਿਹੜਾ ਪੋਰਟਲ ਹੈ ਸਟਾਰਟ ਕੀਤਾ। ਇਹਦੇ ਵਿੱਚ ਹੈ ਕੀ ਚੀਜ਼, ਜਿੰਨੀਆਂ ਵੀ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ, ਜਿੰਨੀਆਂ ਵੀ ਪੰਚਾਇਤ ਹੈਗੀਆਂ ਨੇ, ਘੱਟੋ ਘੱਟ ਜੀ ਜਿਹੜਾ ਹਰਿਆਣਾ ਦੇ ਵਿੱਚ 6000 ਪਲੱਸ ਪੰਚਾਇਤ ਹੈਗੀ ਹੈ, ਇਹਨਾਂ ਸਾਰਿਆਂ ਦਾ ਬਾਇਓ ਡਾਟਾ, ਕਿਹੜੇ ਇਹਨਾਂ ਸਰਪੰਚਾਂ ਨੇ ਕੀ ਕੰਮ ਕੀਤਾ, ਕਿਹੜੇ ਮੈਂਬਰਾਂ ਨੇ ਕਿਹੜੀ ਸੂਚੀ ਦਾ ਕਿਹੜਾ ਕੰਮ ਕੀਤਾ, ਸਾਰਾ ਬਾਇਓ ਡਾਟਾ ਤੁਹਾਡਾ ਕੀ ਹੈ ਜੀ ਇਸ ਪੋਰਟਲ ਦੇ ਉੱਪਰ ਤੁਹਾਨੂੰ ਮਿਲ ਜਾਏਗਾ। ਵੀ ਸਰਕਾਰ ਦੇ ਅੰਡਰ ਹੈ ਕਿ ਇਹਨਾਂ ਨੇ ਕਿਹੜੇ ਕੰਮ ਕੀਤੇ ਨੇ, ਉਹ ਸਾਰਾ ਜਿਹੜਾ ਡਾਟਾ ਜੀ ਇਹ ਇਸ ਪੋਰਟਲ ਦੇ ਉੱਪਰ ਚੜਾ ਦਿੱਤਾ ਜਾਏਗਾ। ਠੀਕ ਹੈ ਜੀ, ਅਪਲੋਡ ਕੀਤਾ ਜਾਏਗਾ ਜਿਹੜੇ ਮੈਂਬਰਸ ਦੇ ਦੁਆਰਾ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲੈਣਾ। ਤੇ ਹਰਿਆਣਾ ਦੇ ਜਿਹੜੇ ਗਵਰਨਰ ਨੇ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਤੁਹਾਨੂੰ। ਤੇ ਸੱਤਿਆ ਦੇਵ ਨਾਰਾਇਣ ਜਿਹੜੇ ਨੇ ਇਹਦੇ ਜਿਹੜੇ ਗਵਰਨਰ ਨੇ, ਇਹ ਤੁਸੀਂ ਨੋਟ ਕਰ ਲਓ। ਚੰਡੀਗੜ੍ਹ ਇਹਨਾਂ ਦੀ ਕੈਪੀਟਲ ਹੈਗੀ ਹੈ, ਇਹ ਯਾਦ ਰੱਖਿਆ। ਸਾਡੀ ਪਹਿਲੀ ਦੇਸ਼ ਦੀ ਡ੍ਰੀਮ ਸਿਟੀ ਦਾ ਨਾਮ ਤੋਂ ਇਹ ਕੈਪੀਟਲ ਹੈਗੀ, ਡ੍ਰੀਮ ਸਿਟੀ, ਜਿਨ੍ਹਾਂ ਦਾ ਇਨੋਗ੍ਰੇਸ਼ਨ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਠੀਕ ਹੈ ਜੀ, ਡ੍ਰੀਮ ਸਿਟੀ ਦਾ ਜਿਹੜਾ ਖੁਆਬ ਦੇਖਿਆ ਕਿਹੜੀ ਪਹਾੜੀਆਂ ਦੇ ਵਿੱਚ ਹੈ? ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ। ਇੱਕ ਕੁਐਸਚਨ ਹੋਰ ਆਉਂਦਾ ਹੈ ਜੀ, ਅਨੰਦਪੁਰ ਸਾਹਿਬ ਜੀ ਸਾਡੇ 9ਵੇਂ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਜਿਹੜਾ ਸ਼ਹਿਰ ਹੈ ਜੀ ਉਹ ਵੀ ਵਸਾਇਆ ਸੀਗਾ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ, ਇਹ ਵੀ ਤੁਸੀਂ ਨੋਟ ਕਰਕੇ ਚੱਲੋ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਹਰਿਆਣਾ ਦੀ ਸਰਕਾਰ ਨੇ ਐਜੂਕੇਸ਼ਨ ਐਜੂਕੇਸ਼ਨਲ ਵਾਸਤੇ ਇੱਕ ਚੈਟਬੋਟ ਲਾਂਚ ਕੀਤਾ ਸੀਗਾ, ਜਿਹਦਾ ਨਾਮ ਹੈਗਾ ਜੀ ਆਪਕਾ ਮਿੱਤਰ।
ਦੇਖੋ ਐਜੂਕੇਸ਼ਨ ਚੈਟਬੋਟ ਇੱਕ ਹੁੰਦਾ ਹੈ ਜੀ, ਉਹ ਆਪਕਾ ਮਿੱਤਰ ਜਿਹੜਾ ਨਾਮ ਦਾ ਜਿਹੜਾ ਆਪਕਾ ਮਿੱਤਰ ਨਾਮ ਦਾ ਇਹ ਜਿਹੜਾ ਚੈਟਬੋਟ ਹੈ ਇਹ ਹਰਿਆਣਾ ਦੀ ਸਰਕਾਰ ਨੇ ਸਟਾਰਟ ਕੀਤਾ ਸੀ, ਇਹ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਜਿਹੜੀ ਵੂਮੈਨ ਹੈ ਤੇ ਗਰਲਸ ਹੈਗੀਆਂ ਨੇ ਇਹਨਾਂ ਨੂੰ ਇੰਪਾਵਰਮੈਂਟ ਕਰਨ ਵਾਸਤੇ ਇਹਨਾਂ ਨੇ ਮਹਿਲਾ ਕਿਸ਼ੋਰੀ ਦਿਵਸ ਵੀ ਮਨਾਇਆ ਸੀ। ਮਹਿਲਾ ਪੋਰਟਲ ਜਿਹੜਾ ਅਵਾਰਡ ਦੇਣਾ ਸਟਾਰਟ ਕੀਤਾ ਹੈ ਮਹਿਲਾ ਐਵ ਕਿਸ਼ੋਰੀ। ਮਹਿਲਾ ਕਿਸ਼ੋਰੀ ਕਿਹਨੂੰ ਕਹਿੰਦੇ, ਜਿਹੜਾ 18 ਸਾਲ ਤੋਂ ਜਿਹਦੀ ਮਤਲਬ ਏਜ ਘੱਟ ਹੋਵੇ ਉਸ ਨੂੰ ਆਪਾਂ ਕਿਸ਼ੋਰੀ ਹਿੰਦੀ ਦੇ ਵਿੱਚ ਬੋਲਦੇ ਹਾਂ, ਮਹਿਲਾ ਐਂਡ ਕਿਸ਼ੋਰੀ ਅਵਾਰਡ, ਠੀਕ ਹੈ ਜੀ, ਇਹ ਸਟਾਰਟ ਕੀਤਾ ਹੈ। ਉਸ ਤੋਂ ਬਾਅਦ ਇੱਕ ਇਹਨਾਂ ਨੇ ਹੋਰ ਸਟਾਰਟ ਕੀਤਾ ਸੀਗਾ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਜਿਹੜਾ ਨਿਊਟ੍ਰੀਸ਼ਨ ਵਾਸਤੇ, ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਹਨਾਂ ਨੇ ਇੱਕ ਪੋਰਟਲ ਹੋਰ ਲਾਂਚ ਕੀਤਾ ਸੀ ਪਰਿਵਾਰ ਪਹਿਚਾਣ ਪੱਤਰ ਨਾਮ ਦਾ ਜਿਹੜਾ ਇੱਕ ਯੋਜਨਾ ਇਹਨਾਂ ਨੇ ਸਟਾਰਟ ਕੀਤੀ ਹੈ, ਇਹ ਵੀ ਤੁਸੀਂ ਯਾਦ ਰੱਖਿਆ ਜੀ। ਸਟੂਡੈਂਟ ਵਾਸਤੇ ਈਜ਼ੀਲੀ ਤਰੀਕੇ ਨਾਲ ਸਟੱਡੀ ਕਰਨ ਵਾਸਤੇ ਇਹਨਾਂ ਨੇ ਸੰਪਰਕ ਬੈਠਕ ਨਾਮ ਦੀ ਇੱਕ ਐਪਲੀਕੇਸ਼ਨ ਸਟਾਰਟ ਕੀਤੀ ਸਟੂਡੈਂਟ ਵਾਸਤੇ, ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰਕੇ ਚੱਲੋਗੇ। ਉਸ ਤੋਂ ਬਾਅਦ ਇਹਨਾਂ ਨੇ ਸਟੂਡੈਂਟ ਵਾਸਤੇ ਇੱਕ ਉਹਨਾਂ ਦੀ ਰੀਡਿੰਗ ਹੈਬਿਟ ਨੂੰ ਸੁਧਾਰਨ ਵਾਸਤੇ ਰੀਡਿੰਗ ਮਿਸ਼ਨ ਵੀ ਸਟਾਰਟ ਕੀਤਾ ਸੀ, ਰੀਡਿੰਗ ਮਿਸ਼ਨ, ਇਹ ਵੀ ਤੁਸੀਂ ਨੋਟ ਕਰਕੇ ਚੱਲੋ। ਖੇਲੋ ਇੰਡੀਆ ਜਿਹੜੇ ਹੈਗੇ ਨੇ ਸਾਡੇ 17 ਸਾਲ ਦੇ ਜਿਹੜੇ ਬੱਚੇ ਗੇਮ ਖੇਲੋ ਇੰਡੀਆ ਖੇਲਦੇ ਨੇ 2021 ਦੇ ਜਿਹੜੇ ਹਰਿਆਣਾ ਸਟੇਟ ਦੇ ਵਿੱਚ ਹੋਣਗੇ, ਇਹ ਵੀ ਤੁਸੀਂ ਨੋਟ ਕਰ ਲਓ, ਠੀਕ ਹੈ ਜੀ। ਹਰਿਆਣਾ ਦੇ ਵਿੱਚ ਕਿੱਥੇ ਹੋਣਗੇ, ਪੰਚਕੂਲਾ ਦੇ ਵਿੱਚ ਹੋਣਗੇ, ਇਹ ਨੋਟ ਕਰਕੇ ਚੱਲਿਆ ਜੀ। ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਉੱਤਰ ਪ੍ਰਦੇਸ਼, ਇਹਦੀ ਰਾਜਧਾਨੀ ਲਖਨਊ ਹੈਗੀ, ਗੋਮਤੀ ਰਿਵਰ ਦੇ ਕੰਢੇ ਤੇ ਹੈ, ਇੱਥੇ ਜੀ 4 ਨਵਾਬਾਂ ਦਾ ਇਹਨੂੰ ਸ਼ਹਿਰ ਬੋਲਦੇ ਆਪਾਂ। ਉਸ ਤੋਂ ਬਾਅਦ ਆਪਾਂ ਗੁਜਰਾਤ ਦੀ ਗੱਲ ਕਰੀਏ, ਗੁਜਰਾਤ ਤੋਂ ਇੱਕੋ ਕੁਐਸਚਨ ਆਉਂਦਾ ਗਿਰ ਨੈਸ਼ਨਲ ਪਾਰਕ ਇੱਥੇ ਕੀ ਹੈ ਜੀ, ਪੂਰੇ ਏਸ਼ੀਆ ਦੇ ਵਿੱਚ ਜਿਹਦੇ ਵਿੱਚ 50 ਦੇਸ਼ ਹੈਗੇ ਨੇ ਉਹਦੇ ਵਿੱਚ ਇੱਕਮਾਤਰ ਜਿਹੜੇ ਲਵਾਇਨ ਆਪਾਂ ਕਹਿੰਦੇ ਬੱਬਰ ਸ਼ੇਰ ਜਿਹੜੇ ਪਾਏ ਜਾਂਦੇ ਨੇ, ਇੱਕਮਾਤਰ ਜਿਹੜੇ ਪਾਏ ਜਾਂਦੇ ਨੇ ਗਿਰ ਦੀ ਪਹਾੜੀਆਂ ਦੇ ਵਿੱਚ। ਗਿਰ ਦੀ ਪਹਾੜੀਆਂ ਕਿੱਥੇ ਨੇ, ਇਹ ਗੁਜਰਾਤ ਦੇ ਵਿੱਚ ਨੇ ਤੇ ਗਿਰ ਨੈਸ਼ਨਲ ਪਾਰਕ ਦੇ ਵਿੱਚ ਉਹ ਸ਼ੇਰ ਮਿਲਦੇ ਨੇ, ਠੀਕ ਹੈ ਜੀ, ਇਹ ਤੁਸੀਂ ਨੋਟ ਕਰਨਾ ਹੈ ਤੇ ਇਹ ਤੁਸੀਂ ਨੋਟ ਕਰਕੇ ਚੱਲਿਆ ਜੀ। ਜਿਹੜਾ ਹਿਸਟਰੀ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਜੀ ਸੁਦਰਸ਼ਨ ਲੇਕ ਇਹ ਕਿੰਨੇ ਬਣਵਾਈ ਸੀ, ਚੰਦਰਗੁਪਤ ਮੌਰਿਆ ਨੇ ਸੁਦਰਸ਼ਨ ਲੇਕ ਬਣਵਾਈ ਸੀ ਗਿਰ ਦੀ ਪਹਾੜੀਆਂ ਦੇ ਵਿੱਚ, ਇਹ ਵੀ ਤੁਸੀਂ ਨੋਟ ਕਰਕੇ ਚੱਲਿਆ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੇਅਰ ਦੀ 12th ਐਡੀਸ਼ਨ ਬ੍ਰਿਕਸ ਕਾਨਫਰੰਸ ਵਿਲ ਬੀ ਹੈਲਡ ਇਨ ਵਿਚ ਕੰਟਰੀ, ਜਿਹੜੀ 12ਵਾਂ ਐਡੀਸ਼ਨ ਹੈ ਬ੍ਰਿਕਸ ਦਾ ਹੁਣ ਹੋਣ ਵਾਲਾ। ਬ੍ਰਿਕਸ ਜਿਹੜਾ ਇੱਕ ਸਾਡਾ ਸੰਸਥਾ ਹੈਗੀ ਹੈ ਜਿਹੜੀ ਪੂਰੇ 5 ਦੇਸ਼ਾਂ ਦੀ, ਉਹਦੇ ਵਿੱਚ ਜਿਹੜਾ ਉਹਦਾ 12ਵਾਂ ਜਿਹੜਾ ਸੰਸਕਰਨ ਹੈ ਉਹ ਕਦੋਂ ਹੋਣਾ ਹੈ ਤੇ ਕਿਹੜੀ ਕੰਟਰੀ ਨੇ ਉਹਦੀ ਮੇਜ਼ਬਾਨੀ ਕਰਨੀ ਹੈ, ਇਹ ਯਾਦ ਰੱਖਿਆ ਜੀ। ਰਸ਼ੀਆ ਨੇ ਹੁਣ ਇਹਦੀ ਮੇਜ਼ਬਾਨੀ ਕਰਨੀ ਹੈ ਤੇ ਰਸ਼ੀਆ ਇਸ ਨੂੰ ਵਿਰਚੁਅਲ ਤਰੀਕੇ ਨਾਲ ਕਰਨ ਵਾਲਾ ਹੈ। ਵਿਰਚੁਅਲ ਦਾ ਮਤਲਬ ਹੁੰਦਾ ਹੈ ਜੀ ਵੀਡੀਓ ਕਾਨਫਰੈਂਸਿੰਗ ਦੇ ਦੁਆਰਾ ਸਾਰੇ ਜਿਹੜੇ ਇਹਦੇ ਮਿਨਿਸਟਰ ਨੇ ਇਹ ਆਪਸ ਦੇ ਵਿੱਚ ਮਿਲਣਗੇ, ਇੱਕ ਦੂਜੇ ਨਾਲ ਕਨੈਕਟ ਹੋਣਗੇ ਤੇ ਇਹ ਪਹਿਲੀ ਬ੍ਰਿਕਸ ਦੇ ਵਿੱਚ ਹੋਣ ਵਾਲੀ ਪਹਿਲੀ ਪੂਰੇ ਵਰਲਡ ਦੀ ਸਮਿਟ ਹੈ, ਇਹ ਤੁਸੀਂ ਯਾਦ ਰੱਖਿਆ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜਾ ਬ੍ਰਿਕਸ ਜਿਹੜਾ ਬੈਂਕ ਹੈ, ਇਹ ਬ੍ਰਿਕਸ ਜਿਹੜਾ ਦੇਸ਼ ਹੈ ਇਹਦੇ ਵਿੱਚ 5 ਦੇਸ਼ ਨੇ, 5 ਦੇਸ਼ ਆਉਂਦੇ ਨੇ, ਪਹਿਲਾਂ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ, ਠੀਕ ਹੈ ਜੀ, 5 ਦੇਸ਼ ਆਉਂਦੇ ਨੇ, ਇਹ ਤੁਸੀਂ ਯਾਦ ਰੱਖਿਆ। ਜਿਹੜੀ ਸਦਸਤਾ ਹੁੰਦੀ ਹੈ ਜਿਵੇਂ ਪਹਿਲੇ ਬ੍ਰਾਜ਼ੀਲ 'ਚ ਹੋਇਆ ਸੀ, ਹੁਣ ਰਸ਼ੀਆ 'ਚ ਹੋ ਰਿਹਾ, ਅਗਲੀ ਵਾਰੀ ਇੰਡੀਆ ਆਰਗੇਨਾਈਜ਼ ਕਰੇਗਾ, ਉਸ ਤੋਂ ਬਾਅਦ ਚਾਈਨਾ ਆਰਗੇਨਾਈਜ਼ ਕਰੇਗਾ, ਉਸ ਤੋਂ ਬਾਅਦ ਸਾਊਥ ਅਫਰੀਕਾ, ਠੀਕ ਹੈ ਜੀ, ਇਹ ਤੁਸੀਂ ਨੋਟ ਕਰਨਾ ਹੈ। ਜਿਹੜਾ ਰਸ਼ੀਆ ਹੈਗਾ ਇਹਦੀ ਰਾਜਧਾਨੀ ਜਿਹੜੀ ਹੈਗੀ ਹੈ ਮਾਸਕੋ, ਠੀਕ ਹੈ ਜੀ, ਮਾਸਕੋ, ਇਹ ਤੁਸੀਂ ਨੋਟ ਕਰ ਲਓ। ਵਲਾਮਦੀਰ ਪੁਤਿਨ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਨੇ, ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇੱਕ ਹੁਣੇ ਥੋੜ੍ਹੇ ਦਿਨ ਪਹਿਲਾਂ ਇਹਨਾਂ ਨੇ ਕੀ ਕੀਤਾ ਸੀਗਾ ਜੀ, ਜਿਹੜੀ ਸਮਿਟ ਹੋ ਰਹੀ ਹੈ ਇਹਦੇ ਵਿੱਚ ਇੱਕ ਇਹਨਾਂ ਨੇ ਰੱਖਿਆ ਜੀ ਆਪਣਾ ਥੀਮ, ਇੱਕ ਇਹਨਾਂ ਨੇ ਥੀਮ ਵੀ ਰੱਖਿਆ ਬ੍ਰਿਕਸ ਦਾ, ਇਹ ਹੈਗਾ ਜੀ ਬ੍ਰਿਕਸ ਪਾਰਟਨਰਸ਼ਿਪ ਫॉर ਗਲੋਬਲ ਸਟੇਬਿਲਿਟੀ ਸ਼ੇਅਰਡ ਸਿਕਿਉਰਿਟੀ ਐਂਡ ਇਨੋਸ਼ੀਏਟਿਵ ਗਰੋਥ, ਇਹ ਤੁਸੀਂ ਨੋਟ ਕਰ ਲਿਆ ਜੇ, ਬਹੁਤ ਵੱਡੀ ਥੋੜੀ ਜੀ ਥੀਮ ਹੈਗੀ ਹੈ, ਠੀਕ ਹੈ ਜੀ, ਇਹ ਤੁਹਾਨੂੰ ਜਦੋਂ PDF ਦੇਵਾਂਗੇ ਉਹਦੇ ਵਿੱਚ ਤੁਹਾਨੂੰ ਦੇ ਦਿੱਤੀ ਜਾਵੇਗੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਬ੍ਰਿਕਸ ਬੈਂਕ ਹੈ, ਜਿਹੜਾ ਬ੍ਰਿਕਸ ਹੈ ਇਹਨੇ ਆਪਣਾ ਬੈਂਕ ਬਣਾਇਆ ਜਿਹਦਾ ਨਾਮ ਹੈ ਨਿਊ ਡਿਵੈਲਪਮੈਂਟ ਬੈਂਕ, ਠੀਕ ਹੈ ਜੀ, ਜਿਹਦਾ ਸ਼ੰਘਾਈ ਦੇ ਵਿੱਚ ਹੈੱਡਕੁਆਟਰ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਹਦਾ ਜਿਹੜਾ ਹੈੱਡਕੁਆਟਰ ਹੈ ਇਹਦਾ ਬ੍ਰਿਕਸ ਦਾ ਇਹ ਵੀ ਹੈਗਾ ਸ਼ੰਘਾਈ ਦੇ ਵਿੱਚ। ਸ਼ੰਘਾਈ ਕਿੱਥੇ ਹੈ ਜੀ, ਇਹ ਚਾਈਨਾ ਦੇ ਵਿੱਚ ਹੈਗਾ ਸ਼ੰਘਾਈ ਖੇਤਰ, ਠੀਕ ਹੈ ਜੀ। ਇਹਦੇ ਹੁਣ ਨਵੇਂ ਜਿਹੜੇ KV ਕਾਮਤ ਪਹਿਲੇ ਸੀਗੇ ਜੀ, KV ਕਾਮਤ ਚੇਅਰਮੈਨ ਸੀਗੇ ਇਹਦੇ ਬ੍ਰਿਕਸ ਦੇ, ਤੇ ਉਹਨੂੰ ਹਟਾ ਕੇ ਹੁਣ ਨਵੇਂ ਪ੍ਰੈਜ਼ੀਡੈਂਟ ਬਣਾ ਦਿੱਤੇ ਗਏ ਨੇ, ਉਹਨਾਂ ਦਾ ਨਾਮ ਲਿਖ ਲਓ ਮਾਰਕੋਸ ਪ੍ਰਿਆਡੋ। ਉਸ ਤੋਂ ਬਾਅਦ ਟ੍ਰਾਇਓਫੋ, ਇਹਦਾ ਨਾਮ ਥੋੜ੍ਹਾ ਜਿਹਾ ਇੱਦਾਂ ਦਾ ਹੈਗਾ, ਤੁਸੀਂ ਥੋੜ੍ਹਾ ਜਿਹਾ ਸਰਚ ਕਰਕੇ ਲਿਖ ਲੈਣਾ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਹੁਣ ਤੱਕ ਦਾ ਸਮਝ ਆ ਗਿਆ ਹੋਵੇਗਾ। ਤੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆਪਾਂ ਜਾਈਏ ਤਾਂ ਹੂ ਰਿਲੀਜ਼ ਦਾ ਬੁੱਕ ਬਾਪੂ ਦਾ ਅਨਫੋਰਗੇਟੇਬਲ, ਇਹ ਜਿਹੜੀ ਬੁੱਕ ਹੈ ਕਿੰਨੇ ਲਿਖੀ ਹੈ ਜੀ, ਤੁਹਾਨੂੰ ਇਹ ਬਾਪੂ ਸ਼ਬਦ ਤੋਂ ਪਤਾ ਲੱਗ ਗਿਆ ਹੋਵੇਗਾ ਜੀ, ਮਹਾਤਮਾ ਗਾਂਧੀ ਜੀ ਦੀ ਗੱਲ ਹੋ ਰਹੀ ਹੈ, ਸਾਡੇ ਫਾਦਰ ਆਫ ਨੇਸ਼ਨ ਦੀ ਗੱਲ ਹੋ ਰਹੀ ਹੈ। ਫਾਦਰ ਆਫ ਕੌਨਸਟੀਟਿਊਸ਼ਨਸ ਕੌਣ ਨੇ ਜੀ, ਡਾਕਟਰ ਅੰਬੇਦਕਰ ਜੀ, ਠੀਕ ਹੈ ਜੀ, ਇਹ ਤੁਸੀਂ ਨੋਟ ਕਰਨਾ। ਫਾਦਰ ਆਫ
ਜਿਹੜਾ ਫਾਦਰ ਆਫ ਨੇਸ਼ਨ ਅਲੱਗ ਚੀਜ਼ ਹੈ, ਫਾਦਰ ਆਫ ਕਨਸਟੀਟਿਊਸ਼ਨ ਅਲੱਗ ਚੀਜ਼ ਹੈ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਫਾਦਰ ਆਫ ਨੇਸ਼ਨ ਜਿਹੜੇ ਸਾਡੇ ਬਾਪੂ ਗਾਂਧੀ ਜੀ ਦੀ ਬਾਰੇ ਗੱਲ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜਿਹੜੀ ਬੁੱਕ ਸੀਗੀ ਇਹ ਕਿਹਨਾਂ ਨੇ ਹੁਣ ਲਾਂਚ ਕੀਤੀ ਹੈ ਇਸ ਬੁੱਕ ਨੂੰ, ਤੇ 4 ਆਪਸ਼ਨ ਦਿੱਤੇ ਹੋਏ ਨੇ, ਸੰਜੇ ਸਿੰਘ, ਭਗਵੰਤ ਮਾਨ, ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਜੀ। ਤੇ ਸਾਡੇ ਦਿੱਲੀ ਦੇ ਡਿਪਟੀ ਸੀਐਮ ਜਿਹੜੇ ਹੈਗੇ ਨੇ ਮਨੀਸ਼ ਸਿਸੋਦੀਆ ਜੀ, ਇਹਨਾਂ ਦੇ ਦੁਆਰਾ ਇਹ ਬੁੱਕ ਨੂੰ ਲਾਂਚ ਕੀਤਾ ਗਿਆ, ਜਿਹਦੇ ਵਿੱਚ ਬਾਪੂ ਗਾਂਧੀ ਜੀ ਦੀ ਜਿਹੜੀ ਹੈ ਜੀਵਨੀ ਦੇ ਬਾਰੇ ਇਹ ਜਿਹੜਾ ਹੈ ਦੱਸਿਆ ਗਿਆ ਇਸ ਬੁੱਕ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ, ਠੀਕ ਹੈ ਜੀ। ਇਸ ਦੇ ਬਾਰੇ ਤੁਸੀਂ ਨੋਟ ਕਰਕੇ ਚੱਲਣਾ ਹੈ। ਸੰਜੇ ਸਿੰਘ ਤੁਹਾਨੂੰ ਪਤਾ ਜੀ ਇਹਦੇ ਵਿੱਚ ਇਹਨਾਂ ਨੂੰ ਜਿਹੜਾ ਗਾਂਧੀ ਪੀਸ ਅਵਾਰਡ ਮਿਲੇਗਾ ਹੁਣ ਜਨਵਰੀ ਦੇ ਵਿੱਚ, ਗਾਂਧੀ ਪੀਸ ਅਵਾਰਡ। ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਜਿਹੜੇ MP ਹੈਗੇ ਨੇ, ਕਿੱਥੇ ਜੀ, ਰਾਜ ਸਭਾ ਦੇ ਵਿੱਚ। ਇਹ ਤੁਸੀਂ ਨੋਟ ਕਰਕੇ ਚੱਲਣਾ ਹੈ। ਅਰਵਿੰਦ ਕੇਜਰੀਵਾਲ ਜੀ CM ਹੈਗੇ ਨੇ, ਅਨਿਲ ਬੈਜਲ ਜਿਹੜੇ ਗਵਰਨਰ ਨੇ, ਇਹ ਵੀ ਤੁਸੀਂ ਯਾਦ ਰੱਖਿਆ ਜੀ। ਤੇ ਪਿੰਕ ਟਿਕਟ ਨਾਮ ਦੀ ਜਿਹੜਾ ਹੁਣ ਇਹਨਾਂ ਨੇ ਚਲਾਈ ਸੀ, ਉਹ ਹੈਗੀ ਦਿੱਲੀ ਦੇ ਵਿੱਚ ਲਾਂਚ ਕੀਤੇ ਸੀ, ਫ੍ਰੀ ਟਰਾਂਸਪੋਰਟੇਸ਼ਨ ਫॉर ਵੂਮੈਨਸ, ਠੀਕ ਹੈ ਜੀ। ਇਹ ਤੁਸੀਂ ਨੋਟ ਕਰਕੇ ਚੱਲਣਾ ਹੈ। ਉਸ ਤੋਂ ਬਾਅਦ 1-2 ਕਿਤਾਬਾਂ ਹੋਰ ਤੁਹਾਨੂੰ ਦੱਸ ਦੇਵਾਂ। ਜਤਿੰਦਰ ਸਿੰਘ ਸਾਡੇ ਮਿਨਿਸਟਰ ਨੇ, ਕੱਲ੍ਹ ਮੈਂ ਕੁਐਸਚਨ ਕਰਵਾਇਆ ਸੀ ਇਹਦੇ ਵਿੱਚ, ਜਤਿੰਦਰ ਸਿੰਘ ਸਾਡੇ ਕੈਬਨਿਟ ਮਿਨਿਸਟਰ ਨੇ, ਇਹਨਾਂ ਨੇ ਇੱਕ ਬੁੱਕ ਕੱਲ੍ਹ ਮੈਂ ਦੱਸਿਆ ਸੀ ਲਾਂਚ ਕੀਤੀ ਸੀ, ਇਹਦਾ ਨਾਮ ਸੀਗਾ ਡਿਸਕਵਰੀ ਆਫ ਹੈਰੀਟੇਜ ਅਸਾਮ ਨਾਮ ਦੀ ਬੁੱਕ ਜਿਹੜੀ ਹੈਗੀ ਸੀ ਇਹਨਾਂ ਨੇ ਲਾਂਚ ਕੀਤੀ ਸੀ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲਿਆ ਜੀ। ਨੈਕਸਟ ਆਪਾਂ ਇੱਕ ਗਾਂਧੀ ਜੀ ਦੇ ਮੈਂ ਤੁਹਾਨੂੰ 2-3 ਗੱਲਾਂ ਦੱਸ ਦੇਵਾਂ। ਜਿਹੜੇ ਗਾਂਧੀ ਜੀ ਸੀਗੇ ਜੀ 1893 ਦੇ ਵਿੱਚ, ਤੁਸੀਂ ਯਾਦ ਰੱਖਿਆ ਜੇ, ਇਹ ਗਏ ਸੀ ਸਾਊਥ ਅਫਰੀਕਾ ਦੇ ਵਿੱਚ, ਤੇ ਕੁਐਸਚਨ ਆਇਆ ਹੋਇਆ ਬੜੀ ਵਾਰੀ ਪੇਪਰਾਂ ਦੇ ਵਿੱਚ ਪੁੱਛਿਆ ਗਿਆ, ਤੇ ਇਹ ਤੁਸੀਂ ਯਾਦ ਕਰਨਾ ਹੈ। ਤੇ ਸਵਾਮੀ ਵਿਵੇਕਾਨੰਦ ਵੀ ਸ਼ਿਕਾਗੋ ਦੇ ਵਿੱਚ ਹਿੰਦੂ ਧਰਮ ਸੰਮੇਲਨ ਨੂੰ ਅਟੈਂਡ ਕਰਨ ਵਾਸਤੇ ਇੰਡੀਆ ਦੀ ਤਰਫੋਂ ਗਏ ਸੀਗੇ, ਇਹ 1893 ਦੇ ਵਿੱਚ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਕਰਨਾ ਹੈ। ਉਸ ਤੋਂ ਬਾਅਦ ਯਾਦ ਕਰਿਆ ਜੀ ਐਨੀ ਬੈਸੈਂਟ ਜਿਹੜੀ ਆਇਰਿਸ਼ ਲੇਡੀ ਸੀ, ਇੰਡੀਆ ਦੇ ਵਿੱਚ ਆਈ ਸੀ, ਇੰਡੀਆ ਨੂੰ ਡੋਮੀਨੀਅਨ ਸਟੇਟਸ ਦਿਵਾਉਣ ਵਾਸਤੇ, ਆਇਰਲੈਂਡ ਦੀ ਲੇਡੀ ਸੀ ਐਨੀ ਬੈਸੈਂਟ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲਿਆ ਜੀ। ਇਹਨਾਂ ਨੇ ਸਾਡੇ ਇੰਡੀਆ ਦੇ ਵਿੱਚ ਆ ਕੇ ਚਲਾਇਆ ਸੀ ਹੋਮ ਰੂਲ 1916 ਦੇ ਵਿੱਚ। ਬਾਲ ਗੰਗਾਧਰ ਤਿਲਕ ਦੇ ਨਾਲ ਇਹਨਾਂ ਨੇ ਮਿਲ ਕੇ ਹੋਮ ਰੂਲ ਇੰਡੀਆ ਦੇ ਵਿੱਚ ਸਟਾਰਟ ਕੀਤਾ ਸੀਗਾ। ਉਹੀ ਐਨੀ ਬੈਸੈਂਟ ਦੀ ਮੈਂ ਗੱਲ ਕਰ ਰਿਹਾ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਆਪਾਂ ਗੱਲ ਜਿਹੜਾ 1915 ਦੇ ਵਿੱਚ ਗਾਂਧੀ ਜੀ ਵਾਪਸ ਆਏ ਸੀ ਸਾਊਥ ਅਫਰੀਕਾ ਤੋਂ। ਇਹ ਕੁਐਸਚਨ ਬੜੀ ਵਾਰੀ SSC ਦੇ ਵਿੱਚ ਰਿਪੀਟ ਹੋਇਆ, ਤੇ ਇਹਨਾਂ ਨੇ ਇੱਕ ਪੱਤਰਿਕਾ ਹੈਗੀ ਸੀ ਇਹਨਾਂ ਦੀ ਹਰੀਜ਼ਨ ਨਾਮ ਦੀ, ਠੀਕ ਹੈ ਜੀ। ਇਹਨਾਂ ਨੇ ਸਟਾਰਟ ਕੀਤੀ ਹੈ ਅਖਬਾਰ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਆਪਾਂ ਹੂ ਇਜ਼ ਦਾ ਇੰਡੀਅਨ ਓਨਲੀ ਟੂ ਇਨਕਲੂਡਿਡ ਦੀ ਫੋਰਬਸ ਵਰਲਡ ਮੋਸਟ ਇਨਫਲੂਐਂਸਿਸ ਟੂ CMO ਲਿਸਟ। ਦੇਖੋ ਜੀ, CMO ਦਾ ਮਤਲਬ ਹੈ ਚੀਫ ਮਾਰਕੀਟਿੰਗ ਆਫੀਸਰ। ਪੂਰੇ ਦੁਨੀਆ ਦੇ ਵਿੱਚ ਇੱਕ ਮਾਤਰ ਪਰਸਨ ਇੰਡੀਆ ਦਾ, ਜੋ ਕਿ ਫੋਰਬਸ, ਤੁਹਾਨੂੰ ਪਤਾ ਕਿੰਨੀ ਇੰਪੋਰਟੈਂਟ ਲਿਸਟ ਜਾਰੀ ਹੁੰਦੀ ਹੈ ਪੂਰੇ ਦੁਨੀਆ ਦੇ ਵਿੱਚ, ਉਸ ਦੇ ਵਿੱਚ ਇੱਕ ਮਾਤਰ ਇੰਡੀਆ ਦਾ ਪਰਸਨ ਹੈ ਜਿਹੜਾ CMO ਦੀ ਇਸ ਲਿਸਟ ਦੇ ਵਿੱਚ ਚੁਣਿਆ ਗਿਆ, ਠੀਕ ਹੈ ਜੀ। ਉਹਨਾਂ ਦਾ ਨਾਮ ਪੁੱਛਿਆ ਗਿਆ ਤੁਹਾਨੂੰ, ਠੀਕ ਹੈ ਜੀ। ਤੇ ਇਹ ਜਿਹੜੇ ਪਰਸਨ ਹੈਗੇ ਨੇ, ਇਹ ਹੈਗੇ ਨੇ ਰਵੀ ਸਤਨਾਨਮ। ਤੇ ਇਹ ਥੋੜਾ ਜਿਹਾ ਤੁਸੀਂ ਵੇਖ ਲਿਆ, ਰਵੀ ਜਿਹੜੇ ਪਰਸਨ ਨੇ, ਇਹਨਾਂ ਦੇ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ। ਤੇ ਇਹ ਜਿਹੜੇ ਇਸ ਲਿਸਟ ਦੇ ਵਿੱਚ ਹੈਗੇ ਨੇ 39 ਨੰਬਰ ਦੇ ਉੱਪਰ, ਠੀਕ ਹੈ ਜੀ। 39 ਨੰਬਰ ਦੇ ਉੱਪਰ ਫੋਰਬਸ ਜਿਹੜੀ ਲਿਸਟ ਹੈ ਬਹੁਤ ਇੰਪੋਰਟੈਂਟ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿਹੜੀ ਹਾਈਐਸਟ ਪੇਡ ਐਕਟਰ ਦੇ ਬਾਰੇ ਕੱਲ੍ਹ ਦੱਸਿਆ ਸੀ, ਇਹ ਕੁਐਸਚਨ ਇਹਦਾ ਸੀਗਾ ਸੋਫੀਆ ਵਰਗਰ ਇਸ ਨੂੰ ਬੋਲਦੇ ਆ। ਤੇ ਇਹ ਜਿਹੜੀ ਲੇਡੀਜ਼ ਹੈ, ਜਿਹਦਾ ਜਿਹੜਾ ਮਦਰ TV ਨਾਮ ਦਾ ਜਿਹੜਾ ਇਹਨਾਂ ਦਾ ਸ਼ੋਅ ਸੀਗਾ, ਹਾਲੀਵੁੱਡ ਦੇ ਵਿੱਚ ਚੱਲਦਾ ਹੈ, ਉਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਕੱਲ੍ਹ ਵੀ। ਤੇ ਆਈ ਹੋਪ ਕਿ ਤੁਹਾਨੂੰ ਹੁਣ ਉਸ ਤੋਂ ਯਾਦ ਆ ਗਿਆ ਹੋਵੇਗਾ। ਸਾਡੀ ਗੱਲ ਇਹ ਹੈ ਕਿ ਸਾਡੇ ਵੱਲੋਂ ਤਾਂ ਇੰਡੀਆ ਦੇ ਵਿੱਚ ਇੱਕ ਮਾਤਰ CMO ਇਹ ਹੈਗੇ ਨੇ, ਬਟ ਇੰਡੀਆ ਦੇ ਪੂਰੇ ਵਰਲਡ ਦੇ ਵਿੱਚ ਪਹਿਲੇ ਨੰਬਰ 'ਤੇ ਕਿਹਨਾਂ ਦਾ ਨਾਮ ਆਇਆ ਹੈ, ਉਹਨਾਂ ਦਾ ਨਾਮ ਲਿਖ ਲਓ ਜੀ। ਉਹਨਾਂ ਦਾ ਨਾਮ ਹੈ ਫਿਲ ਸ਼ਿਲਰਸ ਨਾਮ ਦੇ ਪਰਸਨ ਨੇ, ਜਿਹੜੇ ਐਪਲ ਕੰਪਨੀ ਦੇ ਜਿਹੜੇ CMO ਨੇ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ, ਇਹ ਤੁਸੀਂ ਨੋਟ ਕਰ ਲਿਆ ਜੀ। ਤੇ ਸੰਜੇ ਸਿੰਘ ਮੈਂ ਤੁਹਾਨੂੰ ਦੱਸਿਆ ਸੀ ਗਾਂਧੀ ਪੀਸ ਅਵਾਰਡ ਇਹਨਾਂ ਨੂੰ ਮਿਲਿਆ। ਦੀਪੰਕਰ ਘੋਸ਼ ਦੇ ਬਾਰੇ ਗੱਲ ਕਰ ਲੈਂਦੇ ਹਾਂ। ਜਿਹੜੇ ਦੀਪੰਕਰ ਘੋਸ਼ ਨੇ, ਇਹਨਾਂ ਨੂੰ ਜੀ ਅਵਾਰਡ ਮਿਲਿਆ ਪ੍ਰੇਮ ਭਾਟੀਆ ਅਵਾਰਡ ਦਿੱਤਾ ਜਾਂਦਾ ਜਰਨਲਿਜ਼ਮ ਦੇ ਵਿੱਚ ਦ੍ਰਿੜ ਪੱਤਰਕਾਰਿਤਾ ਕਰਨ ਵਾਸਤੇ, ਮਤਲਬ ਨਿਡਰ ਹੋ ਕੇ ਜਿਹੜਾ ਪਰਸਨ ਪੱਤਰਕਾਰਿਤਾ ਕਰਦਾ ਉਸ ਦੇ ਵਾਸਤੇ, ਜਰਨਲਿਜ਼ਮ ਵਾਸਤੇ ਪ੍ਰੇਮ ਭਾਟੀਆ ਅਵਾਰਡ ਦਿੱਤਾ ਗਿਆ। ਦੀਪੰਕਰ ਘੋਸ਼ ਦੇ ਬਾਰੇ ਨਾਮ ਯਾਦ ਰੱਖਣਾ ਹੈ, ਠੀਕ ਹੈ ਜੀ। ਕਾਲੀਪੁਰੀ ਜਿਹੜਾ ਅਵਾਰਡ ਹੈ ਇਹਨਾਂ ਨੇ ਜਿੱਤਿਆ ਜੀ ਵੂਮੈਨ ਇੰਪੈਕਟ ਅਵਾਰਡ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਹੂ ਹੈਜ਼ ਬੀਨ ਅਪੋਇੰਟਡ ਦਾ ਐਜ਼ ਨਿਊ ਚੇਅਰਮੈਨ ਆਫ ਦਾ SBI ਬੈਂਕ ਸਾਡੇ ਹਿੰਦੁਸਤਾਨ ਦਾ ਬਹੁਤ ਵੱਡਾ ਬੈਂਕ ਹੈ, ਜਿਹਦੇ ਵਿੱਚ ਜਿੰਨੀਆਂ ਵੀ SBI ਦੀ ਪਟਿਆਲਾ ਬੈਂਕ, ਜੈਪੁਰ ਬੈਂਕ, ਇਹ ਸਾਰੇ ਇਹਦੇ ਵਿੱਚ ਮਰਜ ਹੋ ਗਏ ਸੀ ਤੇ ਬਹੁਤ ਵੱਡਾ ਬੈਂਕ ਬਣ ਚੁੱਕਿਆ ਹੈ, ਠੀਕ ਹੈ ਜੀ। ਇਹਨਾਂ ਦੇ ਨਵੇਂ ਜਿਹੜੇ CEO ਬਣੇ ਨੇ ਹੁਣ, ਕਿਹੜੇ ਬਣੇ ਨੇ? ਮੈਂ ਕੱਲ੍ਹ ਦੱਸਿਆ ਸੀ CFO। ਇਹ ਕੌਣ ਸੀਗੇ? ਚਰਨਜੀਤ ਸਿੰਘ ਅਤਰਾ ਬਣੇ ਸੀ CFO, ਚੀਫ ਫਾਈਨੈਂਸ਼ੀਅਲ ਆਫਿਸਰ। ਬਟ ਹੁਣ ਮੈਂ ਗੱਲ ਕਰ ਰਿਹਾ ਜੀ CEO, ਚੀਫ ਐਗਜ਼ੀਕਿਊਟਿਵ ਆਫਿਸਰ। ਇਹ ਕਿਹੜੇ ਬਣਨ ਜਾ
ਜਾ ਰਹੇ ਨੇ, ਇਹ ਬਣਨ ਜਾ ਰਹੇ ਨੇ ਦਿਨੇਸ਼ ਕੁਮਾਰ ਖਾਰਾ ਇਹ ਬਣਨ ਜਾ ਰਹੇ ਨੇ। ਇਹਨਾਂ ਨੇ ਕਿਹਨੂੰ ਰਿਪਲੇਸ ਕਰਨਾ ਹੈ? ਰਜਨੀਸ਼ ਕੁਮਾਰ ਨੂੰ ਰਿਪਲੇਸ ਕਰਨਾ ਹੈ। ਇਹ ਰਿਕਮੈਂਡੇਸ਼ਨ ਕਿਹਨੇ ਕੀਤੀ? ਕੌਣ ਚੇਂਜ ਕਰਦਾ ਹੈ ਇਹ ਸਾਰੇ CEO ਵਗੈਰਾ? ਤੁਸੀਂ ਜਿੰਨੇ ਵੀ ਬੈਂਕਾਂ ਦੇ ਸੁਣ ਰਹੇ ਹੋ, ਕੌਣ ਰਿਕਮੈਂਡ ਕਰਦਾ ਜਿਹੜੇ? ਤੇ ਇਹ ਯਾਦ ਰੱਖਿਆ ਜੇ, ਤੁਹਾਨੂੰ ਪਤਾ ਹੋਏਗਾ ਪੂਰੇ ਸਾਡੇ ਇੰਡੀਆ ਦੇ ਵਿੱਚ ਜਿਹੜੇ ਬੈਂਕ ਦੇ ਜਿਹੜੇ CEO ਜਿਹੜੇ ਚੇਂਜ ਕੀਤੇ ਜਾਂਦੇ ਨੇ, ਉਹ ਕਿਹਨਾਂ ਦੇ ਦੁਆਰਾ ਚੇਂਜ ਕੀਤੇ ਜਾਂਦੇ ਨੇ? ਤੇ ਇਹ ਹੁੰਦੇ ਨੇ ਸਾਡੇ ਜੀ ਬੈਂਕ ਬੋਰਡ ਬਿਊਰੋ ਨਾਮ ਦੀ ਜਿਹੜੀ ਸੰਸਥਾ ਹੈ ਸਾਡੇ ਇੰਡੀਆ ਦੇ ਵਿੱਚ, ਉਹ ਇਹਨਾਂ ਨੂੰ ਚੇਂਜ ਕਰਦੀ ਹੈ, ਉਹ ਰეკਮੈਂਡ ਕਰਕੇ ਦਿੰਦੀ ਹੈ, ਤਾਂ ਕਰਕੇ ਇਹ ਜਿਹੜੇ ਚੇਂਜ ਹੁੰਦੇ ਨੇ CEO। ਠੀਕ ਹੈ ਜੀ। ਇਹਨਾਂ ਨੂੰ 3 ਸਾਲ ਦੇ ਵਾਸਤੇ ਬਣਾਇਆ ਗਿਆ, ਇਹ ਵੀ ਤੁਸੀਂ ਯਾਦ ਰੱਖਿਆ ਜੇ। ਇਹਨਾਂ ਨੇ ਰਜਨੀਸ਼ ਕੁਮਾਰ ਨੂੰ ਰਿਪਲੇਸ ਕਰਨਾ ਹੈ। SBI ਬੈਂਕ ਜਿਹਦੀ ਸਥਾਪਨਾ 1955 ਦੇ ਵਿੱਚ ਨੈਸ਼ਨਲਾਈਜ਼ ਹੋਇਆ ਸੀਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੇ। ਫੈਡਰਲ ਬੈਂਕ ਇਹਨੂੰ ਕਹਿੰਦੇ ਹੁੰਦੇ ਸੀ ਪੁਰਾਣੇ ਟਾਈਮ ਦੇ ਵਿੱਚ, ਬ੍ਰਿਟਿਸ਼ ਟਾਈਮ ਦੇ ਵਿੱਚ। ਠੀਕ ਹੈ ਜੀ, ਫੈਡਰਲ ਬੈਂਕਸ। ਤੇ ਸਾਰੇ ਬੈਂਕਾਂ ਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫਾਦਰ ਕਿਹਨੂੰ ਬੋਲਦੇ ਹਾਂ? RBI ਬੈਂਕ ਹੈਗਾ। ਠੀਕ ਹੈ ਜੀ, RBI ਦੀ ਜੇ ਗਵਰਨਰ ਨੇ ਸ਼ਾਂਤੀ ਕਾਂਤਾ ਦਾਸ। ਠੀਕ ਹੈ ਜੀ, ਜਿਹਦੇ ਗਵਰਨਰ ਹੈਗੇ ਨੇ ਸ਼ਾਂਤੀ ਕਾਂਤਾ ਦਾਸ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਨਵਤੇਜ ਬੱਲ ਦੇ ਬਾਰੇ। ਨਵਤੇਜ ਬੱਲ ਕੌਣ ਨੇ? ਮਾਈਕਰੋਸਾਫਟ ਇੰਡੀਆ ਦੇ CMO ਨੇ, ਡਾਇਰੈਕਟਰ ਨੇ। CMO ਨਹੀਂ, ਮਾਈਕਰੋਸਾਫਟ ਇੰਡੀਆ ਜਿਹੜਾ ਹੈ, ਮਾਈਕਰੋਸਾਫਟ ਇੰਡੀਆ ਉਹਦੇ ਡਾਇਰੈਕਟਰ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਨਿਲ ਜੈਨ ਕੌਣ ਨੇ? ਆਲ ਇੰਡੀਆ ਟੈਨਿਸ ਜਿਹੜੇ ਐਸੋਸੀਏਸ਼ਨ ਹੈ ਉਹਦੇ ਕੀ ਨੇ? ਪ੍ਰੈਜ਼ੀਡੈਂਟ ਬਣੇ ਨੇ ਹੁਣ ਅਨਿਲ ਜੈਨ। ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਜਿਹੜਾ SBI ਬੈਂਕ ਹੈ, ਇਹਨੇ ਇੱਕ ਅਵਾਰਡ ਜਿੱਤਿਆ ਸੀ, ਇਹ ਕੱਲ੍ਹ ਵੀ ਮੈਂ ਦੱਸਿਆ ਸੀਗਾ, ਬ੍ਰੈਂਡਨ ਹਿਊਮਨ ਐਕਸੀਲੈਂਟ ਮੈਨੇਜਮੈਂਟ ਅਵਾਰਡ ਜਿਹੜਾ 2020 ਦੇ ਵਿੱਚ ਇਹਨਾਂ ਨੇ ਜਿੱਤਿਆ SBI ਬੈਂਕ ਨੇ। ਇਹਨਾਂ ਨੇ ਟਾਈਟਨ ਕੰਪਨੀ ਦੇ ਨਾਲ ਮਿਲ ਕੇ ਟਾਈਟਨ ਕੈਸ਼ ਕੰਟੈਕਟਲੈਸ ਵਾਚ ਬਣਾਈ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਟਾਈਟਨ ਕੰਪਨੀ ਜਿਹੜੀ ਘੜੀਆਂ ਦੀ ਕੰਪਨੀ ਹੈ ਉਸ ਦੇ ਨਾਲ ਮਿਲ ਕੇ ਕੰਟੈਕਟਲੈਸ ਜਿਹੜੀ ਹੈ ਟਾਈਟਨ ਪੇ ਨਾਮ ਦੀ ਇੱਕ ਵਾਚ ਬਣਾਈ ਹੈ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਏਗਾ। ਵਿਚ ਸਟੇਟ ਫੇਮਸ ਫॉर चिल्ली डाले खुर्सीनी ਨਾਮ ਦੀ ਇੱਕ, ਦੇਖੋ ਜੀ ਇੱਥੇ ਮਿਰਚ ਦੀ ਗੱਲ ਹੋ ਰਹੀ ਹੈ, ਉਹਨੂੰ GI ਟੈਗ ਮਿਲਿਆ, ਇਹ ਤੁਸੀਂ ਨੋਟ ਕਰ ਲਓ। ਇਹ ਕਿਹੜੀ ਸਟੇਟ ਦੀ ਮਿਰਚ ਹੈ? ਸਭ ਤੋਂ ਤਿੱਖੀ ਮਿਰਚ ਹੈ ਜਿਹੜੀ ਇਹ ਦੀ ਕੁਆਲਿਟੀ ਦੇ ਵਿੱਚ ਇੱਕ ਮੰਨੀ ਗਈ, ਜਿਹਨੂੰ GI ਟੈਗ ਮਿਲਿਆ। ਇਹ ਕਿਹੜੀ ਸਟੇਟ ਦੀ ਹੈ? ਇਹ 4 ਸਟੇਟਾਂ ਤੁਹਾਨੂੰ ਉੱਤਰਾਖੰਡ, ਹਿਮਾਚਲ, ਸਿੱਕਿਮ ਤੇ ਗੋਆ। ਇਹਦਾ ਰਾਈਟ ਆਨਸਰ ਸਿੱਕਿਮ ਹੈਗਾ। ਇਹਦੇ ਨਾਲ ਜਿਹੜੇ CM, ਜੇ ਆਪਾਂ ਸਿੱਕਿਮ ਦੀ ਗੱਲ ਕਰੀਏ, ਸਿੱਕਿਮ ਸਾਡਾ ਕੀ ਹੈ ਜੀ? 36 ਨੰਬਰ ਅਮੈਂਡਮੈਂਟ ਦੇ ਵਿੱਚ ਇੰਡੀਆ ਦਾ ਇੱਕ ਸਟੇਟ ਬਣਿਆ ਸੀਗਾ। ਇਹ ਤੁਸੀਂ ਯਾਦ ਰੱਖਣਾ, 36 ਨੰਬਰ ਅਮੈਂਡਮੈਂਟ ਦੇ ਵਿੱਚ। ਠੀਕ ਹੈ ਜੀ, 1975 ਦੇ ਵਿੱਚ। ਇਹ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜੇ ਇਹਦੇ ਜਿਹੜੇ CM ਬਣੇ ਨੇ ਉਹ ਕੌਣ ਨੇ ਜੀ? CM ਕੌਣ ਬਣੇ ਨੇ? ਪ੍ਰੇਮ ਸਿੰਘ ਗੋਲੇ। ਠੀਕ ਹੈ ਜੀ, ਪ੍ਰੇਮ ਸਿੰਘ ਗੋਲੇ ਇਹਨਾਂ ਦੇ CM ਨੇ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੇ ਇਹਨਾਂ ਦੇ ਗੰਗਾ ਪ੍ਰਸਾਦ ਜਿਹੜੇ ਨੇ ਗਵਰਨਰ ਨੇ, ਗੰਗਟੋਕ ਇਹਦੀ ਕੀ ਰਾਜਧਾਨੀ ਹੈਗੀ ਹੈ? ਗੰਗਟੋਕ। ਇਹਦੇ ਵਿੱਚ ਇੱਕ ਕੁਐਸਚਨ ਸਿੱਕਿਮ ਦੇ ਵਿੱਚੋਂ ਇਹ ਪੁੱਛਿਆ ਜਾਂਦਾ ਹੈ ਕਿ ਸਿੱਕਿਮ ਦੇ ਵਿੱਚ ਚੁੰਬੀ ਘਾਟੀ ਕਿੱਥੇ ਹੈ? ਚੁੰਬੀ ਘਾਟੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਜੀ ਸਿੱਕਿਮ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਕੰਚਨਜੰਗਾ ਨੈਸ਼ਨਲ ਪਾਰਕ ਕਿੱਥੇ ਹੈ ਜੀ? ਇਹ ਵੀ ਸਿੱਕਿਮ ਦੇ ਵਿੱਚ ਹੈਗਾ। ਤੇ ਉਸ ਤੋਂ ਬਾਅਦ ਇੰਡੀਆ ਦੀ ਹਿਮਾਲਿਆ ਦੇ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਕੰਚਨਜੰਗਾ। ਹਿਮਾਲਿਆ ਦੇ ਵਿੱਚ ਸਭ ਤੋਂ ਉੱਚੀ ਚੋਟੀ ਇੰਡੀਆ ਦੇ ਵਿੱਚ ਕਿਹੜੀ ਹੈ? ਕੰਚਨਜੰਗਾ ਹੈਗੀ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਪਰ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਉਹ ਹੈਗੀ ਮਾਊਂਟ ਐਵਰੈਸਟ। ਬਟ ਹਿਮਾਲਿਆ ਤੋਂ ਇਲਾਵਾ ਇੰਡੀਆ ਦੀ ਸਭ ਤੋਂ ਉੱਚੀ ਚੋਟੀ ਵੈਸੇ ਕਿਹੜੀ ਹੈ? ਉਹ ਹੈਗੀ K2। ਇਹ ਹੈਗੀ ਹੈ POK ਦੇ ਵਿੱਚ। ਠੀਕ ਹੈ ਜੀ, POK ਦੇ ਵਿੱਚ। ਪ੍ਰੋਪਰਲੀ ਹਿਮਾਲਿਆ ਦੀ ਇੰਡੀਆ ਦੇ ਵਿੱਚ ਚੋਟੀ ਕਿਹੜੀ ਹੈ ਜਿਹੜੀ? ਕਿਉਂਕਿ ਕੰਚਨਜੰਗਾ ਤਾਂ ਚਾਈਨਾ ਦੇ ਵਿੱਚ ਵੀ ਪੈਂਦੀ ਹੈ, ਸਿੱਕਿਮ ਦੇ ਨਾਲ ਲੱਗਦੇ ਏਰੀਆ ਦੇ ਵਿੱਚ, ਪਰ ਇੰਡੀਆ ਦੇ ਵਿੱਚ ਕਿਹੜੀ ਹੈ ਜੀ? ਨੰਦਾ ਦੇਵੀ। ਠੀਕ ਹੈ ਜੀ, ਨੰਦਾ ਦੇਵੀ। ਇਹ ਤੁਸੀਂ ਨੋਟ ਕਰਕੇ ਚੱਲਣਾ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਏ ਹੋਣਗੇ ਇਹ ਪੁਆਇੰਟ ਜਿਹੜੇ ਮੈਂ ਤੁਹਾਨੂੰ ਦੱਸੇ ਹੈ। ਜਿਹੜਾ ਸਿੱਕਿਮ ਦਾ ਜਿਹੜਾ ਫਾਊਂਡੇਸ਼ਨ ਡੇ ਮਨਾਇਆ ਜਾਂਦਾ ਹੈ, ਫਾਊਂਡੇਸ਼ਨ ਮਤਲਬ ਜਿਸ ਦਿਨ ਇਹ ਬਣਿਆ ਸੀਗਾ ਸਟੇਟ ਸਾਡੇ ਇੰਡੀਆ ਦਾ, ਉਹ ਸੀਗਾ 16 ਮਈ। ਇਸੇ ਦਿਨ ਨੂੰ ਆਪਾਂ ਇੱਕ ਹੋਰ ਡੇ ਨਾਲ ਮਨਾਉਂਦੇ ਹਾਂ ਜਿਹਦਾ ਨਾਮ ਹੈਗਾ ਜੀ ਨੈਸ਼ਨਲ ਡੇਂਗੂ ਡੇ ਦੇ ਨਾਲ ਤੁਹਾਨੂੰ ਮਨਾਇਆ ਜਾਂਦਾ ਹੈ। ਮਾਦਾ ਮੱਖੀ ਦੇ ਜਿਹੜਾ ਮੱਛਰ ਹੁੰਦੀ ਹੈ ਉਸ ਦੇ ਦੁਆਰਾ ਇਹ ਜਿਹੜੀ ਬਿਮਾਰੀ ਡੇਂਗੂ ਦੀ ਫੈਲਦੀ ਹੈ, ਇਸ ਨੂੰ ਯਾਦ ਰੱਖਣਾ। ਐਂਟੀਫਿਲਿਸ ਇਹਨੂੰ ਬੋਲਦੇ ਆਪਾਂ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਾਰਾ ਸਮਝ ਆ ਗਿਆ ਹੋਏਗਾ। ਉੱਤਰਾਖੰਡ ਜੀ ਦੀ ਰਾਜਧਾਨੀ ਹੈਗੀ ਹੈ ਦੇਹਰਾਦੂਨ, ਜਿੱਥੇ ਇੰਡੀਅਨ ਫੋਰੈਸਟ ਡਿਪਾਰਟਮੈਂਟ ਜਿਹੜਾ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਹੈ। ਤੇ ਸਿੱਕਿਮ ਦੇ ਬਾਰੇ ਹੋ ਚੁੱਕਿਆ। ਗੋਆ ਦੀ ਇੱਕ GI ਟੈਗ, ਇੱਥੇ 2 ਮਿਰਚਾਂ ਹੈਗੀਆਂ ਜਿਹੜੀ ਮਿਰਚ ਦੀ ਕੁਆਲਿਟੀ ਨੇ, ਉਹਨਾਂ ਨੂੰ ਵੀ GI ਟੈਗ ਮਿਲਿਆ। ਉਹਨਾਂ ਦਾ ਥੋੜ੍ਹਾ ਜਿਹਾ ਨਾਮ ਲਿਖ ਲਓ। ਉਹ ਹੈਗੀ ਖੋਲਾ ਚਿੱਲੀ, ਇੱਕ ਹੈਗੀ ਆ ਜੀ ਹਰਮਲ ਚਿੱਲੀ। ਇਹ 2 ਜਿਹੜੀ ਚਿਲੀਜ਼ ਨੇ ਗੋਆ ਦੀ ਜਿਹੜੀ ਹੈਗੀਆਂ ਨੇ, ਜਿਹਨੂੰ GI ਟੈਗ ਥੋੜ੍ਹੇ ਦਿਨ ਪਹਿਲਾਂ ਇਹਨੂੰ ਮਿਲਿਆ ਸੀਗਾ। ਗੋਆ ਦੀ ਰਾਜਧਾਨੀ ਹੈਗੀ ਹੈ ਪਣਜੀ। ਇਹ ਹੈਗੀ ਆ ਮਾਂਡਵੀ ਨਦੀ ਦੇ ਕੰਢੇ ਤੇ ਹੈਗੀ ਹੈ, ਇਸ ਨੂੰ ਤੁਸੀਂ ਨੋਟ ਕਰ ਲਓ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਏਰੀਆ ਵਾਈਜ਼ ਸਭ ਤੋਂ ਛੋਟਾ ਸਟੇਟ ਕਿਹੜਾ ਜੀ? ਇਹ ਹੈਗਾ ਜੀ ਤੁਹਾਡਾ ਆਪਣੇ ਗੋਆ। ਤੇ ਪੋਪੂਲੇਸ਼ਨ ਵਾਈਜ਼ ਸਭ ਤੋਂ ਛੋਟੀ ਸਟੇਟ ਕਿਹੜੀ ਹੈ ਜੀ? ਇਹ ਹੈਗੀ ਹੈ ਸਿੱਕਿਮ। ਤੇ ਪਹਿਲੇ ਸਟੇਟ ਜਿਹੜੀ ਓਪਨ ਡੈਫੀਕੇਸ਼ਨ ਜਿਹੜਾ ਬਣਿਆ ਸੀਗਾ, ਜਿਹੜਾ ਪਹਿਲਾ ਸਟੇਟ ਇੰਡੀਆ ਦਾ ਬਣਿਆ ਸੀ, ਉਹ ਹੈਗਾ ਸੀ ਸਿੱਕਿਮ ਸਟੇਟ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲਓ।
ਲਾਸਟ ਕੁਐਸਚਨ ਇਸ ਸੀਰੀਜ਼ ਦਾ, ਹੂ ਹੈਜ਼ ਬੀਨ ਸਿਲੈਕਟਡ ਫॉर ਦਾ 2020 ਨੋਬਲ ਫਿਜ਼ਿਕਸ ਦਾ ਪ੍ਰਾਈਜ਼। ਫਿਜ਼ਿਕਸ ਦੇ ਵਾਸਤੇ ਮੈਂ ਤੁਹਾਨੂੰ ਦੱਸਿਆ ਸੀ ਨੋਬਲ ਪ੍ਰਾਈਜ਼ 6 ਫੀਲਡ ਦੇ ਵਿੱਚ ਮਿਲਦੇ ਨੇ, ਜਿਹਦੇ ਵਿੱਚ ਇੱਕ ਫੀਲਡ ਹੈਗੀ ਸਾਡੀ ਫਿਜ਼ਿਕਸ ਦੀ। ਮੈਡੀਕਲ ਦੇ ਕੱਲ੍ਹ ਤੁਹਾਨੂੰ ਦੱਸ ਚੁੱਕਿਆ, ਫਿਜ਼ੀਓਲੋਜੀ ਜਿਹੜੀ ਬਾਇਓਲੋਜੀ ਦੇ ਵਿੱਚ ਮਿਲਦੇ ਨੇ ਜਿਹੜੇ, ਉਹ ਮੈਂ ਕੱਲ੍ਹ ਤੁਹਾਨੂੰ ਦੱਸ ਚੁੱਕਿਆ। ਆਈ ਹੋਪ ਕਿ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅੱਜ ਵਾਲਿਆਂ ਦੀ। ਅੱਜ ਵਾਲੇ 3 ਸਾਇੰਟਿਸਟ ਨੇ, ਆਲ ਦੀ ਅਬਵ ਇਹਦਾ ਰਾਈਟ ਆਂਸਰ ਹੈ। 3% ਨੂੰ ਮਿਲਿਆ ਇਹਦੇ ਵਿੱਚ 50% ਜਿਹੜਾ ਇਹਦੇ ਵਿੱਚ 5 ਕਰੋੜ ਜਿਹੜਾ ਮਿਲਦਾ ਹੁੰਦਾ, ਮਤਲਬ 10 ਮਿਲੀਅਨ ਜਿਹੜਾ ਪੈਸਾ ਹੈ ਉਹ ਮਿਲਦਾ ਹੁੰਦਾ, ਉਹਦੇ ਵਿੱਚ 50% ਪੈਸਾ ਜੀ ਇਕੱਲੇ ਇੱਕ ਰੋਜਰ ਪੈਨਰੋਜ਼ ਨੂੰ ਮਿਲੇਗਾ ਅਤੇ 2% ਨੂੰ ਮਿਲ ਕੇ 50% ਜਿਹੜਾ ਪੈਸਾ ਮਿਲੂਗਾ। ਹੁਣ ਇਹਨਾਂ ਨੇ ਕੀ ਖੋਜ ਕੀਤੀ ਹੈ? ਕਾਰਨ ਖੋਜ ਕੀ ਕੀਤੀ ਹੈ ਤੁਹਾਨੂੰ ਪਤਾ ਹੈ? ਪੂਰੀ ਸਾਡੀ ਯੂਨੀਵਰਸ ਨੂੰ ਸਮਝਣ ਵਾਸਤੇ, ਯੂਨੀਵਰਸ ਜਿਹੜਾ ਸਾਡੀ ਯੂਨੀਵਰਸ ਦੀ ਸਟੱਡੀ ਨੂੰ ਆਪਾਂ ਕੀ ਬੋਲਦੇ ਹਾਂ ਜੀ? ਕੋਸਮੋਲੋਜੀ। ਕੋਸਮੋਲੋਜੀ ਨੂੰ ਆਪਾਂ ਬੋਲਦੇ ਹਾਂ ਯੂਨੀਵਰਸ ਦੀ ਸਟੱਡੀ, ਬ੍ਰਹਿਮੰਡ ਦੀ ਸਟੱਡੀ ਨੂੰ ਆਪਾਂ ਬੋਲਦੇ ਹਾਂ ਕੋਸਮੋਲੋਜੀ। ਇਸ ਬ੍ਰਹਿਮੰਡ ਦੀ ਸਟੱਡੀ ਨੂੰ ਸਮਝਣ ਵਾਸਤੇ ਪੂਰੇ ਵਰਲਡ ਦੇ ਵਿੱਚ 6 ਥਿਊਰੀਆਂ ਨੇ, 6 ਥਿਊਰੀਆਂ ਹੈਗੀਆਂ ਨੇ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਥਿਊਰੀ ਹੈਗੀ ਬਲੈਕ ਹੋਲ ਥਿਊਰੀ। ਬਲੈਕ ਹੋਲ ਕੀ, ਬਲੈਕ ਹੋਲ ਜਿਹੜੀ ਥਿਊਰੀ ਹੈ ਉਸ ਦੇ ਬਾਰੇ ਆਪਾਂ ਖਾਸ ਕਰ ਬਿਗ ਬੈਂਗ ਥਿਊਰੀ ਦੇ ਬਾਰੇ ਆਪਾਂ ਪੜ੍ਹਦੇ ਹਾਂ। ਸੌਰੀ, ਬਲੈਕ ਹੋਲ ਗੱਲ ਕਰ ਰਹੇ ਹਾਂ। ਅਤੇ ਇਹਦੇ ਵਿੱਚ ਜਿਹੜਾ ਕੀ ਹੈ ਜੀ, ਇਹਨਾਂ ਨੇ ਜਿਹੜਾ ਰੋਜਰਸ ਪੈਨਰੋਜ਼ ਹੈ, ਇਹਨੇ ਜੀ ਬਲੈਕ ਹੋਲ ਦੇ ਵਿੱਚ ਇੱਕ ਥਿਊਰੀ ਦਿੱਤੀ ਹੈ, ਜਿਸ ਨੂੰ ਹੁਣ ਪੱਕੇ ਤਰੀਕੇ ਨਾਲ ਹੋਰ ਪ੍ਰੂਫ ਮਿਲ ਗਿਆ ਸਾਨੂੰ ਕਿ ਬਲੈਕ ਹੋਲ ਨਾਮ ਦੀ ਇੱਕ ਘਟਨਾ ਹੁੰਦੀ ਹੈ। ਠੀਕ ਹੈ ਜੀ, ਇਸ ਦੇ ਵਾਸਤੇ ਇਹਨਾਂ ਨੂੰ ਅਵਾਰਡ ਮਿਲਿਆ। ਉਸ ਤੋਂ ਬਾਅਦ ਜਿਹੜੇ 2% ਨੇ, ਜਿਹੜੇ ਰੈਨਹਲ ਗੈਂਜਲ ਅਤੇ ਐਂਡਰੀਆ ਗੇਜ਼, ਇਹਨਾਂ ਨੇ ਕੀ ਕੀਤਾ ਜੀ? ਇਹਨਾਂ ਨੇ ਜਿਹੜੀ ਸਾਡੀ ਗਲੈਕਸੀ ਹੈ ਇਹਦੇ ਵਿੱਚ ਇੱਕ ਥਿਊਰੀ ਹੁੰਦੀ ਹੈ ਜੀ, ਉਸ ਦੇ ਵਿੱਚ ਇਹਨਾਂ ਨੂੰ ਬੇਸਿਕਲੀ ਅਵਾਰਡ ਮਿਲਿਆ। ਇਸ ਦੇ ਵਿੱਚ ਪੱਕਾ ਪ੍ਰੂਫ ਕਰਤਾ ਇਹਨਾਂ ਨੇ ਵੀ ਇਸ ਚੀਜ਼ ਦੇ ਬਾਰੇ, ਸਾਡੀ ਜਿਹੜੀ ਗਲੈਕਸੀ ਹੈ ਇਹਦੀ ਫਾਰਮੇਸ਼ਨ ਵਾਸਤੇ ਇੱਕ ਥਿਊਰੀ ਦਿੱਤੀ ਹੈ। ਬੇਸਿਕਲੀ ਇੰਨਾ ਤੁਸੀਂ ਡੀਪ ਦੇ ਵਿੱਚ ਨਹੀਂ ਜਾਣਾ, 3% ਦੇ ਨਾਮ ਯਾਦ ਕਰ ਲਓ ਅਤੇ ਉਸ ਨੂੰ ਸਮਝਣ ਵਾਸਤੇ ਸਾਡੀ ਜਿਹੜੀ ਗਲੈਕਸੀ ਦਾ ਨਾਮ ਹੈ ਉਹ ਹੈਗੀ ਆਕਾਸ਼ ਗੰਗਾ, ਜਿਹਨੂੰ ਆਪਾਂ ਦੁਗਧ ਮੇਖਲਾ ਬੋਲਦੇ ਹਾਂ। ਅਤੇ ਸਾਡੇ ਨੇੜੇ ਜਿਹੜੀ ਗਲੈਕਸੀ ਹੈ ਉਹਦਾ ਨਾਮ ਹੈਗਾ ਐਂਡਰੋਮੇਡਾ। ਐਂਡਰੋਮੇਡਾ ਸਭ ਤੋਂ ਸਾਡੇ ਨੇੜੇ ਜਿਹੜੀ ਗਲੈਕਸੀ ਦਾ ਨਾਮ ਹੈ। ਠੀਕ ਹੈ ਜੀ, ਇਹ ਤੁਸੀਂ ਮੇਨਲੀ ਬੇਸਿਕਲੀ ਇਹਨੂੰ ਯਾਦ ਰੱਖੋ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜੇ ਕੱਲ੍ਹ ਵਾਲੇ ਮੈਡੀਸਿਨ ਦੇ ਜਿਹੜੇ ਪਰਸਨ ਜਿਹੜੇ ਹੈਗੇ ਸੀ, ਉਹਨਾਂ ਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦੇਵਾਂ, ਉਹਨਾਂ ਦੇ ਨਾਮ ਲਿਖਵਾ ਦਿੰਦਾ ਤੁਹਾਨੂੰ। ਹਾਰਵੇ ਐਲਟਰ ਅਤੇ ਉਸ ਤੋਂ ਬਾਅਦ ਮਾਈਕਲ ਹਿਊਟਨ, ਚਾਰਲਸ ਰਾਈਸ। ਇਹ 3 ਪਰਸਨ ਸੀਗੇ ਜਿਨ੍ਹਾਂ ਨੂੰ ਮੈਡੀਕਲ ਦੇ ਵਿੱਚ ਹੈਪੇਟਾਈਟਸ ਸੀ ਵਾਇਰਸ ਦੀ ਖੋਜ ਕਰਨ ਵਾਸਤੇ, ਉਹਨਾਂ ਵਾਸਤੇ ਇਹਨਾਂ ਨੂੰ ਮੈਡੀਸਿਨ ਦੇ ਵਿੱਚ ਇਹ ਅਵਾਰਡ ਮਿਲਿਆ ਸੀਗਾ। ਇਹ ਵੀ ਤੁਸੀਂ ਨੋਟ ਕਰਕੇ ਰੱਖਣਾ। ਅਤੇ 9 ਮਿਲੀਅਨ ਪੈਸਾ ਪਹਿਲਾਂ ਮਿਲਦਾ ਹੁੰਦਾ ਸੀ। ਕਰਾਊਨ ਜਿਹੜਾ ਹੁੰਦਾ ਸੀ, ਕਰਾਊਨ ਜਿਹੜੀ ਕਰੰਸੀ ਦੇ ਵਿੱਚ ਮਿਲਦਾ, ਜਿਹੜੀ ਸਵੀਡਨ ਦੀ ਜਿਹੜੀ ਕੈਪੀਟਲ ਹੈ ਉਹਦੇ ਸਟਾਕਹੋਮ ਤੋਂ ਇਸ ਪ੍ਰਾਈਜ਼ ਦਿੱਤੇ ਜਾਂਦੇ ਨੇ। ਅਤੇ ਜਿਹੜਾ ਓਸਲੋ ਦੇ ਵਿੱਚ, ਜਿਹੜਾ ਨੋਰਵੇ ਦੀ ਰਾਜਧਾਨੀ ਓਸਲੋ ਹੈ, ਇੱਥੋਂ ਸਿਰਫ ਓਨਲੀ ਪੀਸ ਪ੍ਰਾਈਜ਼ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਇਹ ਤੁਸੀਂ ਨੋਟ ਕਰਕੇ ਰੱਖਣਾ ਹੈ। ਠੀਕ ਹੈ ਜੀ, ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਜਿਹੜਾ ਇੱਕ ਤਾਂ ਮੈਡੀਕਲ ਦੇ ਵਿੱਚ ਮਿਲਦਾ, ਇੱਕ ਮਿਲਦਾ ਤੁਹਾਨੂੰ ਫਿਜ਼ਿਕਸ ਦੇ ਵਿੱਚ, ਇੱਕ ਤੁਹਾਨੂੰ ਕੈਮਿਸਟਰੀ ਦੇ ਵਿੱਚ ਮਿਲਦਾ, ਇੱਕ ਤੁਹਾਨੂੰ ਲਿਟਰੇਚਰ ਦੇ ਵਿੱਚ ਮਿਲਦਾ, ਇੱਕ ਤੁਹਾਨੂੰ ਮਿਲੇਗਾ ਪੀਸ ਦੇ ਵਿੱਚ। ਠੀਕ ਹੈ ਜੀ, ਪੀਸ ਸਥਾਪਿਤ ਕਰਨ ਵਾਸਤੇ। ਇੱਕ ਲਾਸਟ ਦੇ ਵਿੱਚ ਐਡ ਕੀਤਾ ਸੀ ਇਕਨੋਮਿਕਸ ਦੇ ਵਿੱਚ। ਇਹ 6 ਫੀਲਡ ਦੇ ਵਿੱਚ ਤੁਸੀਂ ਪੂਰੇ ਵਰਲਡ ਦੇ ਵਿੱਚ ਤੁਸੀਂ ਮਾਨਵਤਾ ਦੀ ਭਲਾਈ ਵਾਸਤੇ ਕੋਈ ਵੀ ਕੰਮ ਕਰ ਦਿੰਦੇ ਹੋ ਤਾਂ ਤੁਹਾਨੂੰ ਇਹ ਅਵਾਰਡ ਜ਼ਰੂਰ ਮਿਲੇਗਾ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇੰਡੀਆ ਦੇ ਵਿੱਚ ਜਿਹੜਾ ਇਕਨੋਮਿਕਸ ਦੇ ਵਿੱਚ ਜਿਹੜੇ ਸਾਡੇ ਪਰਸਨ ਸੀ, ਉਹ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ, ਸਾਡੇ ਕਮਿਊਨਿਟੀ ਟੈਗ ਦੇ ਵਿੱਚ, ਜਾਂ ਸਾਨੂੰ ਪਰਸਨਲ ਮੈਸੇਜ ਵੀ ਕਰਕੇ ਤੁਸੀਂ ਦੱਸ ਸਕਦੇ ਹੋ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੀ ਹੋਵੇਗੀ ਅਤੇ ਸਮਝ ਵੀ ਕਾਫੀ ਚੀਜ਼ਾਂ ਆਈਆਂ ਹੋਣਗੀਆਂ। ਅਤੇ ਕੋਈ ਵੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤਾਂ ਤੁਸੀਂ ਇਹ ਦੇ ਸਕਦੇ ਹੋ ਸਾਡੇ ਕਮਿਊਨਿਟੀ ਟੈਗ ਦੇ ਵਿੱਚ। ਠੀਕ ਹੈ ਜੀ, ਕੀ ਇੰਪਰੂਵਮੈਂਟ ਕਰਨੀ ਚਾਹੀਦੀ ਹੈ, ਕਿਉਂਕਿ ਲਰਨਿੰਗ ਇਜ਼ ਪ੍ਰਾਈਸਲੈਸ। ਮੈਂ ਤੁਹਾਡੇ ਤੋਂ ਵੀ ਸਿੱਖ ਸਕਦਾ ਕੁਛ। ਅਤੇ ਤੁਹਾਨੂੰ ਮੈਂ ਕੱਲ੍ਹ ਇੱਕ ਕੁਐਸਚਨ ਦਿੱਤਾ ਸੀ, ਜਿਹਦੇ ਵਿੱਚ ਗਲੋਬਲ ਇੰਡੀਅਨ ਸਾਇੰਟੀਫਿਕ ਕਾਨਫਰੰਸ ਵੈਭਵ ਨਾਮ ਦੀ ਜਿਹੜੀ ਸਾਡੇ ਇੰਡੀਆ ਦੇ ਜਿਹੜੇ ਸਾਇੰਟਿਸਟ ਅਤੇ ਫੋਰਨ ਦੇ ਸਾਇੰਟਿਸਟ ਜਿਹੜੇ ਸਾਡੇ ਮਿਲੇ ਸੀ, ਜਿਹਨੂੰ ਅਟਲ ਇਨੋਵੇਸ਼ਨ ਜਿਹੜੀ ਮਿਸ਼ਨ ਜਿਹੜਾ ਚੱਲ ਰਿਹਾ, ਉਹਦੇ ਵਿੱਚ ਜਿਹੜੇ ਅਸੀਂ ਸਾਇੰਟਿਸਟ ਦੇ ਵੱਲ ਸਾਡੇ ਬੱਚੇ, ਉਹਨਾਂ ਨੂੰ ਅਸੀਂ ਟਾਰਗੇਟ ਕਰ ਰਹੇ ਹਾਂ। ਉਹ ਜਿਹੜਾ ਇਨੋਗ੍ਰੇਸ਼ਨ ਕੀਤੀ ਸੀ, ਉਹ ਕੀਤੀ ਸੀ ਸਾਡੇ ਨਰਿੰਦਰ ਮੋਦੀ ਜੀ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਇਹ ਇਨੋਗ੍ਰੇਸ਼ਨ ਕੀਤੀ ਸੀ। ਠੀਕ ਹੈ ਜੀ, ਆਈ ਹੋਪ ਕਿ ਇਹਦਾ ਰਾਈਟ ਆਨਸਰ ਇਹ ਹੈਗਾ। ਅਤੇ ਮੈਂ ਤੁਹਾਨੂੰ ਨੋਬਲ ਪ੍ਰਾਈਜ਼ ਦੇ ਬਾਰੇ ਉਹ ਤੁਹਾਨੂੰ ਪੁੱਛਿਆ, ਜਿਹੜਾ ਕੁਐਸਚਨ ਹੈ ਉਹ ਤੁਸੀਂ ਮੈਨੂੰ ਦੱਸੋਗੇ। ਠੀਕ ਹੈ ਜੀ, ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਅਤੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਦਿਓ। ਸਾਡੇ ਔਨਲਾਈਨ ਨੰਬਰਾਂ ਦੇ ਉੱਪਰ ਜਾ ਕੇ ਸਾਡੇ ਔਨਲਾਈਨ ਕੋਰਸਸ ਦੇ ਬਾਰੇ, ਤੁਹਾਨੂੰ ਪਤਾ ਹੈ ਜੀਕੇ ਦਾ ਨਵਾਂ ਕੋਰਸ ਸਟਾਰਟ ਕੀਤਾ, ਜਿਹਦੇ ਵਿੱਚ ਗੁਰਲਾਲ ਸਰ ਅਤੇ ਮੈਂ ਤੁਹਾਨੂੰ ਰਵੀ ਸਰ ਅਤੇ ਸੁਭਜੋਤ ਸਰ ਤੁਹਾਨੂੰ ਕਾਫੀ ਜਿਹੜਾ ਜੀਕੇ ਦਾ ਜਿਹੜਾ ਪੰਜਾਬ ਦਾ ਸਾਰਾ ਜਿੰਨਾ ਵੀ ਪੋਰਸ਼ਨ ਹੈ ਉਹ ਤੁਹਾਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਸਾਰਾ ਕਰਾਵਾਂਗੇ। ਅਤੇ ਕਰੰਟ ਅਫੇਅਰ ਦੇ ਬਾਰੇ ਜਿਹੜਾ ਤੁਹਾਡਾ ਇਹ ਕੰਟੀਨਿਊਟੀ 'ਚ ਜਿਹੜਾ ਲੈਕਚਰ ਚੱਲ ਹੀ ਰਿਹਾ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਹੈਪੀ ਲਰਨਿੰਗ ਟੂ ਆਲ।